Audio Jungle. Audio Jungle. ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਰਾਜਵੀਰ ਸਿੰਘ ਹੋਰਾ। ਤੁਸੀਂ ਵੇਖ ਰਹੇ ਹੋ ਤੇਰੀ ਬਾਤ ਨਿਊਜ਼। ਅਸੀਂ ਸੰਗਤ ਦੀ ਆਵਾਜ਼ ਹਾਂ, ਸੰਗਤ ਦੇ ਸਵਾਲ ਚੱਕਦੇ ਹਾਂ, ਸੱਚ ਕਹਿੰਦੇ ਹਾਂ, ਡੰਕੇ ਦੀ ਚੋਟ ਤੇ ਕਹਿੰਦੇ ਹਾਂ, ਨਿਸ਼ਪੱਖ ਪੱਤਰਕਾਰਤਾ ਕਰਨੇ ਹਾਂ। ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸਾਡੇ ਵੀਰ ਇੰਦੌਰ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਭਾਟੀਆ ਜੀ। ਭਾਟੀਆ ਜੀ, ਇਹ ਜੋ 2-4 ਦਿਨਾਂ ਨਾਲ ਤੁਸੀਂ ਵੇਖ ਰਹੇ ਹੋ ਕਿ ਇਹ ਜਿਹੀਆਂ ਗੱਲਾਂ ਸਮਾਜ ਨੂੰ ਲੈ ਕਰਕੇ ਹੋ ਰਹੀ ਹੈ, ਜਿਵੇਂ ਬਾਂਹ ਦੇ ਉੱਤੇ ਕਾਲੀ ਪੱਟੀ ਬਾਂਧ ਕੇ ਗੁਰੂ ਘਰ ਆਣਾ, ਸ੍ਰੀ ਅਕਾਲ ਤਖਤ ਦੀ ਬੇਅਦਬੀ ਦੇ ਬਹਾਨੇ ਕਿਸੇ ਨੂੰ ਟਾਰਗੇਟ ਕਰਨਾ, ਕੀ ਇਹ ਉਚਿਤ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ, ਜਿਸ ਤਰ੍ਹਾਂ ਦੀ ਘਟਨਾਵਾਂ ਘਟ ਰਹੀਆਂ ਨੇ, ਮੈਨੂੰ ਆਪ ਬਹੁਤ ਸ਼ਰਮਿੰਦਗੀ ਮਹਿਸੂਸ ਹੋ ਰਹੀ ਹੈ ਕਿ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਕਮੇਟੀ ਆਈ, ਉਹਨਾਂ ਨੇ ਮਾन्य ਕਰਤਾ ਸੀ ਕਿ ਵੀ ਪੁਰਾਣੀ ਲਿਸਟ ਮਾन्य ਹੋਏਗੀ। ਉਹਦੀ ਪੂਰੀ ਲਿਖਾ ਪੜੀ ਪ੍ਰੋਪਰ ਵੇ ਨਾਲ ਹੋਈ ਔਰ ਸਾਰਿਆਂ ਦੇ ਦਸਤਖਤ ਹੋਏ, ਜਿਹਦੇ ਵਿੱਚ ਸਾਰੇ ਲੋਕ ਸ਼ਾਮਿਲ ਸੀਗੇ। ਤੇ ਆਪਣਾ ਉਹਦੇ ਬਾਅਦ ਉਹ ਲਿਸਟ ਅਮਾन्य ਕਰ ਦਿੱਤੀ ਗਈ। ਕਿਸੇ ਨੇ ਆ ਕੇ ਬੋਲਿਆ ਕਿ ਅਸੀਂ ਪੁਰਾਣੀ ਲਿਸਟ ਨਹੀਂ ਮੰਨਾਂਗੇ, ਤੇ ਮੁੱਖ ਚੁਣਾਵ ਅਧਿਕਾਰੀ ਰਜਿੰਦਰ ਬਾਬਾ ਜੀ ਨੇ ਉਹਨੂੰ ਅਮਾन्य ਕਰ ਦਿੱਤਾ, ਜਿਸ ਨੂੰ ਲੈ ਕੇ ਜਗਜੀਤ ਸਿੰਘ ਸੁੱਗਾ ਜੀ ਨੇ ਚਿੱਠੀ ਦਿੱਤੀ ਬਾਬਾ ਜੀ ਨੂੰ ਕਿ ਬਾਬਾ ਜੀ ਇੰਨਾ ਟਾਈਮ ਨਹੀਂ ਹੈ ਕਿ ਵੀ ਵਾਪਸ ਤੋਂ ਮਹੀਨਾ ਡੇਢ ਮਹੀਨਾ ਅੱਗੇ ਜਾਏ, ਕਿਉਂਕਿ ਚੁਣਾਵ ਦਾ ਟਾਈਮ 24 ਸਤੰਬਰ ਹੈਗਾ, ਤੇ ਤੁਸੀਂ ਆਪਣਾ ਇਹਨੂੰ ਅਮਾन्य ਨਾ ਕਰਕੇ ਮਾन्य ਕਰ ਦਿਓ। ਉਹਨਾਂ ਨੇ ਲਿਖਿਤ ਦਿੱਤਾ, ਬਾਬਾ ਜੀ ਮੰਨੇ ਨਹੀਂ, ਔਰ ਉਹਨਾਂ ਨੇ ਪੇਪਰ ਵਿੱਚ 7 ਦਿਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਵੀ ਤੁਸੀਂ ਹੁਣ ਮੈਂਬਰ ਬਣੋ। 4 ਦਿਨ ਦਾ ਨੋਟੀਫਿਕੇਸ਼ਨ ਦਿੱਤਾ, ਤੇ ਜਿਹਦੇ ਕਰਕੇ ਜਗਜੀਤ ਸਿੰਘ ਸੁੱਗਾ ਜੀ ਚਲੇ ਗਏ ਸੀ ਕੋਰਟ, ਤੇ ਉਧਰੋਂ ਉਹਨਾਂ ਨੇ ਨੋਟਿਸ ਕਰਾਇਆ। ਜਦ ਮੇਰੀ ਨੌਲੇਜ ਵਿੱਚ ਇਹ ਮਾਮਲਾ ਆਇਆ ਤੇ ਮੈਂ ਉਹਨਾਂ ਨੂੰ ਫਿਰ ਇਸ ਚੀਜ਼ ਵਾਸਤੇ ਮਨਾ ਕੀਤਾ ਔਰ ਸ਼੍ਰੀ ਗੁਰੂ ਸਿੰਘ ਸਭਾ ਤੋਂ ਇੱਕ ਚਿੱਠੀ ਦਿੱਤੀ ਕਿ ਬਈ ਇਹ ਗੁਰੂ ਮਰਿਆਦਾ ਦੇ ਖਿਲਾਫ ਹੈ, ਤੁਸੀਂ ਸਮਾਜਿਕ ਚੁਣਾਵ ਨੂੰ ਲੈ ਕਰਕੇ ਕੋਰਟ ਚਲੇ ਗਏ ਹੋ, ਇਹ ਕੋਰਟ ਤੋਂ ਆਪਣੀ ਤੁਸੀਂ ਇਹ ਵਿਡਰਾਅ ਕਰੋ। ਤੇ ਇੱਕ ਚਿੱਠੀ ਨਾਲ ਹੀ ਨਾਲ ਬਾਬਾ ਜੀ ਨੂੰ ਦਿੱਤੀ ਕਿ ਵੀ ਇਹਨੂੰ ਮੁੱਖ ਚੁਣਾਵ ਅਧਿਕਾਰੀ ਨੂੰ ਕਿ ਪੁਰਾਣੀ ਲਿਸਟ ਨੂੰ ਮਾन्य ਕਰ ਦਿਓ, ਕਿਉਂਕਿ 24 ਸਤੰਬਰ ਨੂੰ ਤੁਹਾਨੂੰ ਬਲ ਨਹੀਂ ਮਿਲ ਰਿਹਾ ਪ੍ਰਸ਼ਾਸਨ ਦੀ ਤਰਫੋਂ, ਤੇ ਚੁਣਾਵ ਅੱਗੇ ਜਾ ਰਹੇ ਨੇ। ਜਦ ਤੱਕ ਪੂਰਾ ਟਾਈਮ ਮਿਲ ਗਿਆ ਅਸੀਂ ਸਕਰੂਟਨੀ ਕਰ ਲਾਂਗੇ, ਔਰ ਸਕਰੂਟਨੀ ਕਰਕੇ ਅਗਰ ਕੋਈ ਨਵੇਂ ਮੈਂਬਰਸ ਔਰ ਪੁਰਾਣੇ ਮੈਂਬਰਸ ਆਪਸ ਵਿੱਚ ਕਲੈਸ਼ ਹੋ ਰਹੇ ਨੇ ਤੇ ਉਹ ਨਾਮ ਡਿਲੀਟ ਹੋ ਜਾਣਗੇ, ਤੇ ਵੀ ਐਕਚੁਅਲ ਲਿਸਟ ਬਣ ਕੇ ਸਾਹਮਣੇ ਆ ਜਾਏਗੀ। ਇਹ ਚੀਜ਼ ਹੋਈ ਸੀਗੀ। ਬਾਬਾ ਜੀ ਨੇ ਮੰਨ ਲਿੱਤਾ ਸੀ, ਤੇ ਬਾਬਾ ਜੀ ਨਾਲ ਮੇਰੀ ਫੋਨ ਤੇ ਗੱਲ ਹੋਈ। ਉਹਦੇ ਬਾਅਦ ਬਾਬਾ ਜੀ ਔਰ ਉਹਨਾਂ ਦੇ ਸਹਿਯੋਗੀ ਸਾਰੇ ਬੈਠੇ ਸੀਗੇ, ਉਹਨਾਂ ਦੇ ਵਿਚਕਾਰ ਮੇਰੀ ਗੱਲ ਹੋ ਗਈ। ਉਹਨਾਂ ਨੇ ਕਿਹਾ ਠੀਕ ਹੈ, ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਕਿ ਬਈ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਔਰ ਅਸੀਂ ਇਹਨੂੰ ਮਾन्य ਕਰ ਲਵਾਂਗੇ। ਨਾਲ ਹੀ ਨਾਲ ਬਾਬਾ ਜੀ ਨੇ ਮੈਨੂੰ ਕਿਹਾ ਬਈ ਹੁਣ ਚੁਣਾਵ ਨੂੰ ਤੇ ਟਾਈਮ ਹੈ, ਤੇ ਨਾਲ ਜਿਹੜੀ ਸ਼੍ਰੀ ਗੁਰੂ ਸਿੰਘ ਸਭਾ ਦੀ ਨਿਯਮਾਵਲੀ ਹੈ ਇਹਨੂੰ ਵੀ ਸੰਸ਼ੋਧਿਤ ਕੀਤਾ ਜਾਏ, ਕਿਉਂਕਿ ਉਹਦੇ ਵਿੱਚ ਵੀ ਕਈ ਲੋਕਾਂ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਚੁਣਾਵ ਦਾ 1 ਸਾਲ ਦਾ ਪੀਰੀਅਡ ਹੈਗਾ ਤੇ 3 ਸਾਲ ਦੇ ਚੁਣਾਵ ਹੋ ਰਹੇ ਨੇ, ਤੇ ਉਹਦੇ ਵਿੱਚ ਵੀ ਨਿਯਮਾਵਲੀ ਵਿੱਚ ਸੰਸ਼ੋਧਨ ਕੀਤਾ ਜਾਏ। ਔਰ ਜਿਹੜੇ ਸਹਿਧਾਰੀ ਨੇ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਕਿ ਨਹੀਂ ਹੈ। ਤੇ ਇੱਕ ਸੁਪਰੀਮ ਕੋਰਟ ਦਾ ਡਿਸੀਜਨ ਉਹਨਾਂ ਨੇ ਕੱਢ ਕੇ ਦਿਖਾਇਆ ਕਿ ਵੀ ਇਹਦੇ ਵਿੱਚ ਅਧਿਕਾਰ ਹੈ ਕਿ ਵੀ ਗੁਰਸਿੱਖ ਹੀ ਸਿੱਖ ਸਭਾ ਦੇ ਚੁਣਾਵ 'ਚ ਵੋਟ ਪਾ ਸਕਦਾ ਹੈ, ਪਾਰਟੀਸਿਪੇਟ ਕਰ ਸਕਦਾ ਹੈ। ਇਹ ਤਿੰਨੋਂ ਚੀਜ਼ਾਂ ਨੂੰ ਲੈ ਕੇ ਉਹਨਾਂ ਨੇ ਕਿਹਾ ਇੱਕ ਸਾਧਾਰਨ ਸਭਾ ਬੁਲਾਈ ਜਾਏ, ਜਿਹਦੇ ਵਿੱਚ ਅਸੀਂ ਬੈਠ ਕੇ ਨਿਯਮਾਵਲੀ, ਕਿਉਂਕਿ ਇੱਕ ਨਿਯਮਾਵਲੀ ਤਿਆਰ ਪਈ ਹੈ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ, ਉਹਦੇ ਵਿੱਚ ਇਹ ਸਾਰੀ ਚੀਜ਼ਾਂ ਨੋਟਡ ਨੇ ਕਿ 3 ਸਾਲ ਦਾ ਟੈਨਿਓਰ ਪੀਰੀਅਡ ਰਹੇਗਾ ਸ਼੍ਰੀ ਗੁਰੂ ਸਿੰਘ ਸਭਾ, ਜੋ ਵੀ ਮੈਂਬਰ ਜਾਂ ਪ੍ਰਧਾਨ ਸਾਹਿਬ ਰਹਿਣਗੇ ਉਹਨਾਂ ਦਾ, ਔਰ ਇਹ ਸਭ ਚੀਜ਼ਾਂ ਜੋ ਵੀ ਹੈ ਉਹਨਾਂ ਨੇ ਬਾਇਲਾਸ ਤਿਆਰ ਨੇ, ਤੇ ਉਹਨੂੰ ਸਿਰਫ ਇੱਕ ਕਰੈਕਸ਼ਨ ਕਰਕੇ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਉਹਨੂੰ ਲਾਗੂ ਕਰਨ ਵਾਲੀ ਗੱਲ ਸੀ। ਤੇ ਅਸੀਂ ਫਿਰ ਉਹ ਬਾਬਾ ਜੀ ਦੇ ਕਹਿਣ ਤੇ ਹੀ ਸਾਧਾਰਨ ਸਭਾ ਕਾਲ ਕੀਤੀ ਉਹਨਾਂ ਨੇ, ਔਰ ਉਹਨਾਂ ਦੇ ਸਹਿਯੋਗੀ ਬੈਠੇ ਹੋਏ ਸੀਗੇ, ਜਿੰਨੇ ਉਹਨਾਂ ਦੇ ਸਹਿਯੋਗੀ ਨੇ, ਸਾਰਿਆਂ ਨੇ ਕਿਹਾ ਕਿ ਬਾਇਲਾਸ ਦਾ ਅਮੈਂਡਮੈਂਟ ਬਹੁਤ ਜ਼ਰੂਰੀ ਹੈ, ਭਾਵੇਂ ਚੁਣਾਵ ਕਦੋਂ ਵੀ ਹੋਣ, ਬਈ ਅੱਜ 15 ਦਿਨ ਬਾਅਦ ਹੋਣ, 10 ਦਿਨ ਬਾਅਦ ਹੋਣ, ਪਰ ਇੱਕ ਅਮੈਂਡਮੈਂਟ ਹੋकर ਇਹਨੂੰ ਸੰਸ਼ੋਧਿਤ ਕੀਤਾ ਜਾਏ। ਇਹ ਚੀਜ਼ ਨੂੰ ਦੇਖਦੇ ਹੋਏ ਅਸੀਂ ਸਾਧਾਰਨ ਸਭਾ ਕਾਲ ਕੀਤੀ, ਔਰ ਚूँकि 15 दिन का नोटिफिकेशन देना पैंदा है,
ਤੇ ਅਸੀਂ ਫਿਰ ਉਸ ਚੀਜ਼ ਨੂੰ ਚਿੱਠੀ ਬਣਾ ਕੇ ਸਾਰੀ ਜਗ੍ਹਾ ਦੇ ਕੇ ਬਾਬਾ ਜੀ ਨਾਲ ਸਲਾਹ ਕਰਕੇ ਅਕਾਲ ਤਖਤ ਸਾਹਿਬ ਨੂੰ ਇਹਦੀ ਸੂਚਨਾ ਦੇ ਕਰਕੇ ਫਿਰ ਅਸੀਂ ਇਹ ਸਾਧਾਰਨ ਸਭਾ ਦੀ ਡੇਟ ਨਿਯੁਕਤ ਕੀਤੀ ਕਿ 1 ਅਕਤੂਬਰ ਨੂੰ ਸਾਧਾਰਨ ਸਭਾ ਹੋਏਗੀ। ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਸਹੀ ਹੈ। ਮੇਰੀ ਵੀ ਗੱਲ ਜਦ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਪੱਤਰ ਜਾਰੀ ਕੀਤਾ ਗਿਆ ਸੀ ਸਾਧਾਰਨ ਸਭਾ ਨੂੰ ਲੈ ਕੇ, तो मेरी गल बाबा राजिंदर सिंह नाल फोन दे द्वारा हुई सी। वो उस समय आगरे सन, उन्होंने कहा सी कि भाई साडा उत्ते उपस्थित रहना कोई अनिवार्य नहीं है। मैं प्रश्न किया कि बाबा जी 1 तारीख को साधारण सभा है और शायद तुसी उस दिन इंदौर नहीं रहोगे, तो साधारण सभा बुलाने का की मतलब उचित तुहाडा रहना तो जरूरी भी है। तो उन्होंने कहा से नहीं, साधारण सभा बुलाने का अधिकार श्री गुरु सिंह सभा के प्रधान नो है और सानू कोई आपत्ति नहीं है। फिर अचानक कल की होया कि श्री अकाल तख्त साहिब जी के द्वारा जथेदार जी के द्वारा उस मीटिंग नो रद्द कर दी कि इंदौर की संगत का कोई अधिकार नहीं है, ये संगत दे मत का अनादर नहीं है। इंदौर की संगत ने ही साधारण सभा बुलाने ਲਈ ध्वन पत्र दिता सी, 200-250 मैंबर ने शायद साइन भी किया सी। देखो इस तरह है, अकाल तख्त साहब साडी सर्वोच्च संस्था है, उन्होंने हर चीज़ का पूर्ण अधिकार है। लेकिन ਇਹ ਜਿਹੜੀ ਸਾਧਾਰਨ ਸਭਾ ਬੁਲਾਈ ਗਈ ਸੀ, ਇਹ ਸਭਾ ਮੁੱਖ ਚੁਣਾਵ ਅਧਿਕਾਰੀ ਰਜਿੰਦਰ ਬਾਬਾ ਜੀ ਦੇ ਨੌਲੇਜ ਵਿੱਚ ਪਾ ਕੇ, ਉਹਨਾਂ ਦੇ ਸਹਿਯੋਗੀਆਂ ਦੀ ਨੌਲੇਜ ਵਿੱਚ ਪਾ ਕੇ ਜਿਹੜੇ ਬਾਇਲਾਜ਼ ਦਾ ਅਮੈਂਡਮੈਂਟ ਸੀ ਔਰ ਸਹਿਤਾਰੀ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਕਿ ਨਹੀਂ, ਇਹ ਮੁੱਖ ਰੱਖਦੇ ਹੋਏ ਹੀ ਬੁਲਾਈ ਗਈ ਸੀਗੀ। ਹੁਣ ਰਜਿੰਦਰ ਬਾਬਾ ਜੀ ਨਾਲ ਕੱਲ ਮੇਰੀ ਫੋਨ ਤੇ ਗੱਲ ਹੋਈ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਵੀ ਮੈਂ ਅੱਜ ਇੰਦੌਰ ਆ ਜਾਵਾਂਗਾ ਤੇ ਅੱਜ ਆਪਾਂ ਬੈਠ ਕੇ ਸਮਝ ਲਾਂਗੇ। मैं बाबा जी ने कहा भी बाबा जी 1 तरीक ਨੂੰ ਹੋਣਾ ਜ਼ਰੂਰੀ ਹੈ ਕਿਉਂਕਿ ਇਹ ਬਾਇਲਾਜ਼ ਦਾ ਅਮੈਂਡਮੈਂਟ ਹੋਏਗਾ, ਫਿਰ ਇਹਨੂੰ ਅਸੀਂ ਸਾਨੂੰ ਅੰਦਰ ਪਰਮਨੈਂਟ ਸੁਸਾਇਟੀ ਭੇਜਣਾ ਪਏਗਾ, ਸੰਗਤ ਨਾਲ ਅਸੀਂ ਜਾਣੂ ਕਰਾਵਾਂਗੇ। ਸੰਗਤ ਅਗਰ ਕੋਈ ਰਾਏ ਹੋਏਗੀ, ਹੋਰ ਰਾਏ ਆਏਗੀ, ਅਮੈਂਡਮੈਂਟ ਕਰਾ ਕੇ ਚੀਜ਼ਾਂ ਨੂੰ ਪ੍ਰੋਸੈਸ ਕਰਨ ਵਿੱਚ ਘੱਟੋ ਘੱਟ 1 ਮਹੀਨਾ ਲੱਗੇਗਾ। ਜਦ ਤੱਕ ਇਹ ਸਭ ਚੀਜ਼ਾਂ ਬਾਇਲਾਜ਼ ਬਣਨਗੇ, ਇੰਪਲੀਮੈਂਟੇਸ਼ਨ ਹੋਣਗੇ, ਟਾਈਮ ਲੱਗੇਗਾ ਤੇ ਤੁਹਾਡਾ ਆਉਣਾ ਜ਼ਰੂਰੀ ਹੈ। ਤੇ ਉਹਨਾਂ ਨੇ ਕਿਹਾ ਮੈਂ ਅੱਜ ਆਵਾਂਗਾ ਤੇ ਅਸੀਂ ਬੈਠ ਜਾਾਂਗੇ, ਆਪਸ ਵਿੱਚ ਸਲਾਹ ਕਰ ਲਾਂਗੇ ਔਰ ਕਿਸ ਤਰ੍ਹਾਂ ਕੀ ਕਰਨਾ ਹੈ। ਤੇ ਇਨ ਬਿਟਵੀਨ ਅੱਜ ਅਕਾਲ ਤਖਤ ਸਾਹਿਬ ਤੋਂ ਚਿੱਠੀ ਆ ਗਈ ਕਿ ਵੀ ਇਹ ਸਾਧਾਰਨ ਸਭਾ ਤੁਸੀਂ ਨਹੀਂ ਬੁਲਾ ਸਕਦੇ ਤੇ ਰੱਦ ਕੀਤੀ ਜਾਂਦੀ ਹੈ। ਜੋ ਮੈਨੂੰ ਪਤਾ ਲੱਗਿਆ ਹੈ ਕਿ ਪਰਸੋਂ ਮੱਧ ਪ੍ਰਦੇਸ਼ ਛੱਤੀਸਗੜ੍ਹ ਦੇ ਜਿਹੜੇ ਹਰਪਾਲ ਸਿੰਘ ਹੈ ਮੋਨੂ, ਇਹ ਗਏ ਨੇ ਆਪਣਾ ਅਕਾਲ ਤਖਤ ਸਾਹਿਬ ਪਰਸੋਂ ਔਰ ਆਪਣਾ ਇਹਨਾਂ ਨੇ ਸਭ ਆਰਡਰ ਕਢਵਾਇਆ ਹੈ। ਹੁਣ ਗੱਲ ਹੈ ਕਿ ਉਸ ਚੀਜ਼ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਕੋਈ ਵੀ ਚੀਜ਼ ਸਟੈਪ ਕਰ ਰਹੇ ਹਾਂ ਉਸ ਤੋਂ ਪਹਿਲਾਂ ਸਲਾਹ ਹੋਣੀ ਚਾਹੀਦੀ ਹੈ ਕਿ ਵੀ ਇਹ ਬਾਇਲਾਜ਼ ਦਾ ਅਮੈਂਡਮੈਂਟ ਵਾਸਤੇ ਸਾਧਾਰਨ ਸਭਾ ਬੁਲਾਈ ਗਈ ਹੈ, ਇਹ ਜ਼ਰੂਰੀ ਹੈ। ਇੱਕ ਤਰਫੋਂ ਇਹੀ ਲੋਕ ਚਿੱਠੀ ਦੇ ਰਹੇ ਨੇ ਕਿ ਵੀ 3 ਸਾਲ ਦਾ ਕਾਰਜਕਾਰਨੀ ਹੋਣੀ ਚਾਹੀਦੀ ਹੈ, ਅਮੈਂਡਮੈਂਟ ਕੀਤਾ ਜਾਏ ਬਾਇਲਾਜ਼ ਦਾ। ਇੱਕ ਪਾਸੋਂ ਉਸ ਚੀਜ਼ ਨੂੰ ਜਦੋਂ ਅਸੀਂ ਇੰਪਲੀਮੈਂਟੇਸ਼ਨ ਤੇ ਆ ਰਹੇ ਹਾਂ ਤੇ ਉਹਦੇ 'ਚ ਅਕਾਲ ਤਖਤ ਸਾਹਿਬ ਤੇ ਰੋਕ ਲਗਵਾ ਕੇ ਸ਼ਿਕਾਇਤ ਕਿ ਬਈ ਇਸ ਤਰ੍ਹਾਂ ਇਹਨਾਂ ਨੂੰ ਪਾਵਰ ਨਹੀਂ ਬੁਲਾਉਣ ਦੇ ਸਭਾ ਦਾ ਅਮੈਂਡਮੈਂਟ ਕਰਨ ਦਾ ਬਾਇਲਾਜ਼ ਦਾ, ਤੇ ਇਹਨੂੰ ਰੋਕਿਆ ਜਾਏ। ਹੁਣ ਅਸੀਂ ਕੋਈ ਅਗਰ ਬਾਇਲਾਜ਼ ਨੂੰ ਅਮੈਂਡ ਕਰ ਰਹੇ ਹਾਂ ਤਾਂ ਦੋਨੋਂ ਚੀਜ਼ਾਂ ਜ਼ਰੂਰੀ ਨੇ ਕਿ ਬਈ ਇਹ ਪੁਰਾਣੀ ਨਿਯਮਾਵਲੀ 'ਚ ਪ੍ਰਧਾਨ ਦਾ ਟਰਨਓਵਰ ਔਰ ਸਿੰਘ ਸਭਾ ਦਾ ਪੂਰੀ ਕਮੇਟੀ ਦਾ ਟਰਨਓਵਰ ਹੈ ਜਿਹੜਾ 1 ਸਾਲ ਹੈ। ਹੁਣ ਉਹਨੂੰ ਜਦ ਆਪਸੀ ਸਲਾਹ ਹੋਈ ਸਭ ਦੀ ਕਿ ਹਾਂਜੀ 3 ਸਾਲ ਹੋਣਾ ਚਾਹੀਦਾ ਹੈ, ਠੀਕ ਹੈ ਜੀ। ਸਹਿਤਾਰੀ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ, ਇਹ ਵੀ ਹੋਣਾ ਚਾਹੀਦਾ ਹੈ, ਤੁਸੀਂ ਇਸ ਚੀਜ਼ ਨੂੰ ਡਿਕਲੇਅਰ ਕਰੋ, ਠੀਕ ਹੈ ਜੀ। ਇਹ ਸੁਪਰੀਮ ਕੋਰਟ ਦਾ ਆਰਡਰ ਹੈ, ਆਰਡਰ ਦੀ ਕਾਪੀ ਹੈ। ਉਹਦੇ ਬਾਅਦ ਇੱਕਦਮ ਨਾਲ ਨਾ ਰਜਿੰਦਰ ਬਾਬਾ ਜੀ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਨਹੀਂ ਆ ਪਾਵਾਂਗਾ, ਉਹਨਾਂ ਨੇ ਕਿਹਾ ਮੈਂ ਅੱਜ ਆਵਾਂਗਾ, ਆਪਾਂ ਬੈਠ ਕੇ ਗੱਲ ਕਰ ਲਾਂਗੇ। ਔਰ ਨਾ ਮੈਨੂੰ ਇਹਨਾਂ ਨੇ ਕਿਸੇ ਨੇ ਦੱਸਿਆ, ਸਿੱਧਾ ਗਏ ਅਕਾਲ ਤਖਤ ਸਾਹਿਬ ਜਾ ਕੇ ਚਿੱਠੀ ਕਢਾ ਲਿਆ ਹੈ। ਅਕਾਲ ਤਖਤ ਸਾਹਿਬ ਵੀ ਕੋਈ ਸਲਾਹ ਨਹੀਂ ਕਰ ਰਹੀ ਕਿ ਵੀ ਕੋਈ ਚਿੱਠੀ ਕੱਢਣ ਤੋਂ ਪਹਿਲਾਂ ਆਪਸੀ ਸਲਾਹ ਹੋਏ, ਗੱਲ ਹੋਏ ਵੀ ਇਹ ਕਿਉਂ ਬੁਲਾਈ ਗਈ ਹੈ ਸਾਧਾਰਨ ਸਭਾ, ਜਦ ਕਿ ਅਸੀਂ ਬਰਾਬਰ ਅਕਾਲ ਤਖਤ ਸਾਹਿਬ ਚਿੱਠੀ ਪਾਈ ਹੈ ਕਿ ਵੀ ਇਸ ਤਰ੍ਹਾਂ ਚੁਣਾਵ ਅਧਿਕਾਰੀ ਜੀ ਨੇ ਸਾਨੂੰ ਕਿਹਾ ਹੈ। ਅਸੀਂ ਇਸ ਚੀਜ਼ ਨੂੰ ਕਰਕੇ ਮੁੱਖ ਰੱਖਦੇ ਹੋਏ ਚਿੱਠੀ ਪਾ ਕੇ ਉਹਨਾਂ ਨੂੰ ਮੇਲ ਕੀਤੀ ਹੈ ਕਿ ਵੀ ਇਸ ਤਰ੍ਹਾਂ ਅਸੀਂ ਸਾਧਾਰਨ ਸਭਾ ਬੁਲਾ ਰਹੇ ਹਾਂ, 1 ਤਰੀਕ ਨੂੰ ਸਾਧਾਰਨ ਸਭਾ ਹੈ। ਸਾਰੀ ਚੀਜ਼ ਦਾ ਇੱਕ ਚੀਜ਼ ਦਾ ਬਿਊਰਾ ਜੋ ਹੋ ਰਿਹਾ ਸਿੰਘ ਸਭਾ 'ਚ। ਅਗਰ ਜਗਜੀਤ ਸਿੰਘ ਸੁੱਗਾ ਜੀ ਨੇ ਕੋਰਟ ਗਏ ਨੇ, ਅਸੀਂ ਉਹਦਾ ਵੀ ਮੈਸੇਜ ਉਹਨਾਂ ਨੂੰ ਮੇਲ ਕੀਤਾ ਹੈ। ਉਹਦੇ ਬਾਅਦ ਆਪਣਾ ਕੀ ਕਹਿੰਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਵਿਡਰਾਅ ਕਰ ਲਓ, ਉਹਦੀ ਵੀ ਚਿੱਠੀ ਅਸੀਂ ਅਕਾਲ ਤਖਤ ਸਾਹਿਬ ਮੇਲ ਕੀਤੀ ਹੈ। ਔਰ ਇਹ ਜਿਹੜੀ ਸਾਧਾਰਨ ਸਭਾ ਦੀ ਵੀ ਸੂਚਨਾ ਅਸੀਂ ਅਕਾਲ ਤਖਤ ਸਾਹਿਬ ਦਿੱਤੀ ਸੀਗੀ। ਹੁਣ ਉਹਨਾਂ ਨੇ ਬਿਨਾਂ ਕੋਈ ਸਾਡੇ ਤੋਂ ਸਲਾਹ ਕੀਤੇ, ਨਾ ਕੋਈ ਫੋਨ ਕੀਤੇ ਹੋਏ ਸਾਧਾਰਨ ਸਭਾ ਰੱਦ ਕਰ ਦਿੱਤੀ ਤੇ ਠੀਕ ਹੈ। ਹੁਣ ਉਹ ਇਸ ਤਰ੍ਹਾਂ ਦੀ ਗੱਲ ਵੀ ਬੋਲ ਰਹੇ ਨੇ ਕਿ ਅਸੀਂ ਅਕਾਲ ਤਖਤ ਸਾਹਿਬ ਤੁਹਾਡਾ ਕਮੇਟੀ ਬਣਾ ਦਾਂਗੇ, ਉਧਰੋਂ ਬਣਵਾ ਕੇ ਲੈ ਆਵਾਂਗੇ। ਤੇ ਹੁਣ ਇੰਦੌਰ ਦੀ ਸੰਗਤ ਦਾ ਜੋ ਰੁਝਾਨ ਰਿਹਾ ਉਹ ਤੇ ਬਿਲਕੁਲ ਇੱਕ ਤਰੀਕੇ ਨਾਲ ਮੰਨ ਲਓ ਕਿ ਉਹਨਾਂ ਦੀ ਕੋਈ ਸਲਾਹ ਜਾਂ ਸਿੰਘ ਸਭਾ ਦੀ ਕੋਈ
ਸਾਡੇ ਲੋਕਾਂ ਦੇ ਹਿਸਾਬ ਕਿਤਾਬ ਨਾਲ ਥੋੜੀ ਸਿਸਟਮ ਚੱਲ ਰਿਹਾ। ਹੁਣ ਜੋ ਚੱਲ ਰਿਹਾ, ਅਕਾਲ ਤਖਤ ਸਾਹਿਬ ਜਾਂਦੇ ਨੇ, ਚਿੱਠੀ ਕਢਾ ਲਿਆਉਂਦੇ ਨੇ, ਉਹ ਚਿੱਠੀ ਅਕਾਲ ਤਖਤ ਸਾਹਿਬ ਦਾ ਮਾਨ ਸਨਮਾਨ ਸਾਨੂੰ ਕਰਨਾ ਪਏਗਾ। ਹੁਣ ਉਹ ਕਿਉਂ ਇਮੀਡੀਏਟ ਚਿੱਠੀ ਕੱਢ ਰਹੇ ਨੇ ਬਿਨਾਂ ਕੋਈ ਗੱਲ ਕੀਤੇ, ਬਿਨਾਂ ਕੋਈ ਬਾਤ ਕੀਤੇ? ਉਹ ਹੁਣ ਜਥੇਦਾਰ ਸਾਹਿਬ ਜਾਣਨ ਜਾਂ ਜੋ ਚਿੱਠੀ ਕਢਾਉਣ ਜਾਂਦੇ ਨੇ ਉਹ ਜਾਣਨ। ਮਤਲਬ ਇੰਦੌਰ ਦੀ ਸੰਗਤ ਦਾ ਕੋਈ ਮਾਨ ਸਨਮਾਨ ਨਹੀਂ ਹੈ। ਦੇਖੋ ਮੈਂ ਇਸ ਤਰ੍ਹਾਂ ਦੀ ਗੱਲ ਕੀ ਬੋਲਾਂਗਾ। ਸਨਮਾਨ ਤੇ ਸੰਗਤ ਦਾ ਸਤਿਕਾਰ ਹੈ, ਸੰਗਤ ਗੁਰੂ ਰੂਪ ਹੈ, ਲੇਕਿਨ ਜਿਸ ਤਰੀਕੇ ਨਾਲ ਇਹ ਚੱਲ ਰਿਹਾ ਹੈ ਸਿਚੁਏਸ਼ਨ, ਇਹ ਬੜੀ ਔਕਵਰਡ ਸਿਚੁਏਸ਼ਨ ਹੈ, ਇਹਨੂੰ ਬੜਾ ਸਮਝਣਾ ਪਏਗਾ। ਇਹ ਕਹਿਣਾ ਹੈ ਮੇਰਾ। ਸਾਧਾਰਨ ਸਭਾ ਰੱਦ ਕਰਨ ਦੀ ਸੂਚਨਾ ਤੁਹਾਨੂੰ ਕਦ ਮਿਲੀ? ਇਹਦੇ ਸਵੇਰੇ, ਵੈਸੇ ਤੇ ਉਹ ਕੱਲ ਮੈਨੂੰ ਰਾਤੀ ਮੈਸੇਜ ਆ ਗਿਆ ਕਿ ਭਈ ਇਹ ਇੱਕ ਕਿਸੇ ਦਾ ਨਾਮ ਆਇਆ ਸੀ, ਉਹਨਾਂ ਨੇ WhatsApp ਤੇ ਚਲਾ ਦਿੱਤਾ ਹੈ। ਪਰ ਮੈਨੂੰ ਤੇ ਸਵੇਰੇ ਮੈਡਮ ਨੇ WhatsApp ਕੀਤਾ ਹੈ ਕਿ ਵੀ ਇਸ ਤਰ੍ਹਾਂ ਅਕਾਲ ਤਖਤ ਸਾਹਿਬ ਤੋਂ ਚਿੱਠੀ ਆਈ ਹੈ। ਪਰ ਇਹ ਸੂਚਨਾ ਕੱਲ ਸ਼ਾਮ ਤੋਂ ਹੀ ਇਹ ਗਰੁੱਪ ਵਿੱਚ ਚਲਾਤੀ ਸੀ ਕਿ ਵੀ ਇਹ ਸਾਧਾਰਨ ਸਭਾ ਰੱਦ ਹੋ ਗਈ। ਔਰ ਇਹ ਗੱਲ ਪਰਸੋਂ ਜਦੋਂ ਗਏ ਨੇ ਅੰਮ੍ਰਿਤਸਰ ਤੇ ਆਹੀ ਬੋਲ ਕੇ ਗਏ ਨੇ ਕਿ ਅਸੀਂ ਇਸ ਤਰ੍ਹਾਂ ਦੀ ਚਿੱਠੀ ਕਢਾ ਕੇ ਲਿਆ ਰਹੇ ਹਾਂ ਕਿ ਸਾਧਾਰਨ ਸਭਾ ਰੱਦ ਕੀਤੀ ਜਾਏ, ਔਰ ਚਿੱਠੀ ਆ ਗਈ ਉਧਰੋਂ। ਤੁਸੀਂ ਬੜੀ ਵੱਡੀ ਗੱਲ ਕਹਿ ਰਹੇ ਹੋ ਕਿ ਇੰਦੌਰ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੂੰ, ਮੇਰੀ ਜਾਣਕਾਰੀ ਦੇ ਅਨੁਸਾਰ ਇੰਦੌਰ ਗੁਰੂ ਸਿੰਘ ਸਭਾ ਨੂੰ ਸਵੇਰੇ 9:55 ਤੋਂ ਮੇਲ ਆਇਆ ਹੈ। ਪਰੰਤੂ ਉਹ ਕੌਣ ਲੋਕ ਨੇ ਜਿਨ੍ਹਾਂ ਨੂੰ ਕੱਲ ਸ਼ਾਮੀ ਇਹ ਪਤਾ ਚੱਲ ਗਿਆ ਸੀ ਕਿ ਇੰਦੌਰ ਦੇ ਬੁਲਾਈ ਗਈ ਸੰਗਤ ਦੀ ਸਾਧਾਰਨ ਸਭਾ ਨੂੰ ਰੱਦ ਕਰ ਦਿੱਤਾ ਹੈ? ਇਹ ਕੌਣ ਲੋਕ ਨੇ ਜਿਨ੍ਹਾਂ ਨੂੰ ਮਤਲਬ ਗੁਰੂ ਸਿੰਘ ਸਭਾ ਦੇ ਪਹਿਲੇ ਹੀ ਜਾਣਕਾਰੀ ਲੀਕ ਹੋ ਰਹੀ ਹੈ ਜਾਂ ਉਹ ਰੱਦ ਕਰਵਾ ਕੇ ਲਾ ਰਹੇ ਨੇ? ਕੌਣ ਲੋਕ ਨੇ ਇਹ? ਤੇ ਦੇਖੋ ਹੁਣ ਤੁਹਾਨੂੰ ਵੀ ਪਤਾ ਹੈ ਜਿਹੜੇ ਗਰੁੱਪ ਬਣੇ ਹੋਏ ਨੇ ਉਸ ਗਰੁੱਪ ਵਿੱਚ ਹੀ ਮੈਸੇਜ ਕਿੰਨੇ ਪਾਇਆ ਹੈ ਔਰ ਉਹ ਕਿਹਦੇ ਬੰਦੇ ਨੇ ਔਰ ਕਿਉਂ ਕੌਣ ਵਾਰ-ਵਾਰ ਅਕਾਲ ਤਖਤ ਸਾਹਿਬ ਜਾ ਰਿਹਾ ਹੈ। ਹੁਣ ਮੈਂ ਸਭ ਤੋਂ ਵੱਡਾ ਸਰਪ੍ਰਾਈਜ਼ ਹਾਂ ਕਿ ਅਸੀਂ ਅਕਾਲ ਤਖਤ ਸਾਹਿਬ ਲੜੇ ਹਾਂ ਕਿ ਜਿਹੜੀ 25 ਸਾਲ ਤੋਂ ਸਾਡੀ ਸਮਾਜਿਕ ਸੰਸਥਾ ਖਾਲਸਾ ਐਜੂਕੇਸ਼ਨ ਸੁਸਾਇਟੀ ਹੈ ਉਹਦੀ ਚੋਣਾਂ ਹੋਣੀਆਂ ਚਾਹੀਦੀਆਂ ਨੇ ਔਰ ਸ਼੍ਰੀ ਗੁਰੂ ਸਿੰਘ ਸਭਾ ਦੀ ਚੋਣਾਂ ਨਾਲ ਹੋਣੀਆਂ ਚਾਹੀਦੀਆਂ। ਅਸੀਂ ਮਨਾ ਨਹੀਂ ਕਰ ਰਹੇ, ਲੇਕਿਨ ਜਿਹੜੀ ਪ੍ਰਾਇੋਰਟੀ ਤੇ ਚੀਜ਼ ਨੂੰ ਡਿਸਕਸ ਕਰਨਾ ਚਾਹੀਦਾ ਅਕਾਲ ਤਖਤ ਸਾਹਿਬ ਤੇ ਉਹਦਾ ਡਿਸਕਸ਼ਨ ਨਾ ਹੋ ਕੇ ਸ਼੍ਰੀ ਗੁਰੂ ਸਿੰਘ ਸਭਾ ਤੇ ਹਰ ਚੀਜ਼ ਬਾਰੇ ਇਸ ਚੀਜ਼ ਨੂੰ ਇੰਪਲੀਮੈਂਟੇਸ਼ਨ ਹੋ ਰਿਹਾ ਹੈ ਕਿ ਭਈ ਇਹ ਸ਼੍ਰੀ ਗੁਰੂ ਸਿੰਘ ਸਭਾ ਦੀ ਚੋਣਾਂ ਹੋਣ ਔਰ ਖਾਲਸਾ ਐਜੂਕੇਸ਼ਨ ਸੁਸਾਇਟੀ ਦੀਆਂ ਚੋਣਾਂ ਦਾ ਕੋਈ ਮੁੱਦੇ ਤੇ ਕੋਈ ਗੱਲ ਕੋਈ ਬਾਤ ਅਕਾਲ ਤਖਤ ਸਾਹਿਬ ਤੋਂ ਕੋਈ ਇਸ ਤਰੀਕੇ ਦੀ ਹਲੇ ਤੱਕ ਜਾਰੀ ਨਹੀਂ ਹੋਈ ਕਿ ਵੀ ਉਸ ਦੇ ਉੱਪਰ ਕੋਈ ਐਕਸ਼ਨ ਅਕਾਲ ਤਖਤ ਸਾਹਿਬ ਲੈ ਰਿਹਾ। ਮੁੱਖ ਚੁਣਾਵ ਅਧਿਕਾਰੀ ਦੇ ਦੁਆਰਾ ਉਹਨਾਂ ਦਾ ਕਾਰਜਕਾਲ ਸੰਭਾਲਣ ਦੇ ਬਾਅਦ ਦੋ ਫੈਸਲੇ ਹੋਏ ਸਨ। ਇੱਕ ਫੈਸਲਾ ਉਹਨਾਂ ਨੇ ਲਿੱਤਾ ਸੀ ਕਿ 2 ਮੈਂਬਰ ਨੂੰ ਸਹਾਇਕ ਚੁਣਾਵ ਅਧਿਕਾਰੀ ਬਣਾਉਣ ਦਾ, ਡਾਕਟਰ RS ਮਾਖੀਜਾ ਤੇ ਇੰਦਰਜੀਤ ਸਿੰਘ ਖਨੂਜਾ। ਉਸ ਫੈਸਲੇ ਦੇ ਉੱਤੇ ਵੀ ਵਿਵਾਦ ਹੋਇਆ ਸੀ ਔਰ ਡਾਕਟਰ RS ਮਾਖੀਜਾ ਨੇ ਸੇਵਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। तो वो फैसला भी कि ਤੁਹਾਡੇ ਨਾਲ सलाह करके या ਤੁਹਾਡੀ ਜਾਣਕਾਰੀ ਦੇ ਨਾਲ ਹੋਇਆ ਸੀ कि मुख्य चुनाव अधिकारी कोई भी फैसला अपनी मर्जी के अनुसार कर लेंदे ने, इंदौर गुरु सिंह सभा ਨੂੰ ਕੋਈ सूचना नहीं देंदे ने। मेरी जानकारी ਦੇ ਹਿਸਾਬ ਨਾਲ ਪਰਸੋਂ ਵੀ ਇਹਨਾਂ ਨੇ ਕੁਝ ਮੇਲ ਕੀਤਾ ਹੈ ਔਰ ਅਸੀਂ ਪੱਤਰਕਾਰ ਹੋ ਕੇ ਉਹਨਾਂ ਨਾਲ ਸਹਾਇਕ ਚੁਣਾਵ ਅਧਿਕਾਰੀ ਰਵਿੰਦਰ ਸਿੰਘ ਨਾਲ ਕਿਹਾ ਸੀ ਨਾਰੰਗਨਾ ਸਾਹਿਬ ਨਾਲ ਕਿ ਤੁਸੀਂ ਜੋ ਵੀ मतलब ਪੱਤਰਾਚਾਰ ਕਰ ਰਹੇ ਹੋ ਸੰਗਤ ਗੁਰੂ ਰੂਪ ਹੈ, ਸੰਗਤ ਨੂੰ ਸਭ ਪਤਾ ਚੱਲਣਾ ਚਾਹੀਏ, ਪੂਰੀ ਪਾਰਦਰਸ਼ਿਤਾ ਨਾਲ ਤੁਹਾਨੂੰ ਕੰਮ ਕਰਨਾ ਚਾਹੀਦਾ ਹੈ। ਤੁਸੀਂ ਜੋ ਵੀ ਮੇਲ ਕਰਦੇ ਹੋ ਉਹ ਸੰਗਤ ਦੇ ਸਾਹਮਣੇ ਆਣਾ ਚਾਹੀਦਾ ਹੈ। तो यह जिहा की मतलब कार्यक्रम चल रहा है कि जो संगत नाल छुपाया जाता और मीडिया को भी नहीं दसिया जाता, मीडिया नाल भी उल्ला किया जाता। ਇਹ ਤਾਂ ਮੁੱਖ ਚੁਣਾਵ ਅਧਿਕਾਰੀ ਔਰ ਉਹਨਾਂ ਦੇ ਸਹਿਯੋਗੀ ਜਾਣਦੇ ਨੇ ਕਿ ਉਹ ਕੀ ਕਰ ਰਹੇ ਨੇ। ਉਹਨਾਂ ਨੇ ਕੋਈ ਚਿੱਠੀ ਮੇਲ ਕੀਤੀ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਔਰ ਇਹਨਾਂ ਨੇ ਸਹਿਯੋਗੀ ਦੇ ਤੌਰ ਤੇ ਡਾਕਟਰ RS ਮਾਖੀਜਾ ਜੀ ਔਰ ਇੰਦਰਜੀਤ ਸਿੰਘ ਖਨੂਜਾ ਜੀ ਦਾ ਨਾਮ ਭੇਜਿਆ ਸੀਗਾ। ਉਹ ਵੀ ਇਹਨਾਂ ਨੇ ਬਾਰੋ-ਬਾਰ ਆਪਸੀ ਸਲਾਹ ਕਰਕੇ ਇਹਨਾਂ ਨੂੰ ਸਹਿਯੋਗੀ ਦੀ ਉਪਯੋਗਤਾ ਲੱਗੀ, ਇਹਨਾਂ ਨੇ ਆਪਣਾ ਮੇਲ ਪਾ ਕੇ ਔਰ ਉਧਰੋਂ ਸਹਿਮਤੀ ਲਈ ਸੀ। ਜਦੋਂ ਡਾਕਟਰ RS ਮਾਖੀਜਾ ਜੀ ਨੇ ਅਸਤੀਫਾ ਭੇਜਿਆ ਤੇ ਉਹਨਾਂ ਨੇ ਮੈਨੂੰ WhatsApp ਤੇ ਕਾਪੀ ਭੇਜੀ ਤੇ ਮੈਨੂੰ ਇਸ ਚੀਜ਼ ਦੀ ਨੌਲੇਜ ਆਈ ਕਿ ਉਹਨਾਂ ਨੇ ਮਨਾ ਕਰ ਦਿੱਤਾ ਹੈ ਕਿ ਮੈਂ ਸ਼੍ਰੀ ਗੁਰੂ ਸਿੰਘ ਸਭਾ ਦੇ ਵਿੱਚ ਇਲੈਕਸ਼ਨ ਦੇ ਅੰਦਰ ਸਹਿਯੋਗੀ ਦੀ ਭੂਮਿਕਾ ਨਹੀਂ ਨਿਭਾਵਾਂਗਾ। ਉਹਨਾਂ ਨੇ ਅਸਤੀਫਾ ਭੇਜਤਾ ਸੀ। ਫਿਰ ਇੰਦਰਜੀਤ ਸਿੰਘ ਖਨੂਜਾ ਜੀ ਅਪਾਇੰਟ ਹੋਏ ਤੇ ਉਹ ਵੀ ਉਹਨਾਂ ਨੇ ਮੈਨੂੰ ਕਿਹਾ ਵੀ ਕੋਈ ਅਗਰ ਤੁਹਾਨੂੰ ਆਪੱਤੀ ਹੈ, ਮੈਂ ਕਿਹਾ ਸਾਨੂੰ ਕੋਈ ਆਪੱਤੀ ਨਹੀਂ ਹੈ। ਇੱਕ ਫੇਅਰ ਇਲੈਕਸ਼ਨ ਸਮਾਜ ਦੇ ਅੰਦਰ ਹੋਣੇ ਚਾਹੀਦੇ ਨੇ, ਅੱਛੇ ਪ੍ਰਤੀਨਿਧਿਤਵ ਆਉਣਾ ਚਾਹੀਦਾ ਹੈ, ਅੱਛੇ ਲੋਕ ਹੀ ਆਉਣੇ ਚਾਹੀਦੇ ਨੇ। ਇਹ ਅਸੀਂ ਵੀ ਚਾਹੁੰਦੇ ਹਾਂ ਔਰ ਸਮਾਜ ਦਾ ਪੜ੍ਹਾ ਲਿਖਾ ਵਰਗ ਵੀ ਇਹੀ ਚਾਹੁੰਦਾ ਹੈ ਕਿ ਅੱਛੀ ਕਮੇਟੀ ਆਏ, ਅੱਛੇ ਲੋਕ ਆਉਣ ਔਰ ਇਹਦੇ ਵੀ ਤੁਸੀਂ ਸਹਿਯੋਗ ਦਿਓ। ਤੇ ਸਾਰੇ ਮਿਲ ਕੇ ਸਹਿਯੋਗ ਕਰ ਰਹੇ ਨੇ, ਲੇਕਿਨ ਕੀ ਹੋ ਗਿਆ ਜਿਹੜੇ ਸਹਿਯੋਗੀ ਨੇ ਹੁਣ ਆਪਣੇ ਆਪ ਨੂੰ ਅਕਾਲ ਤਖਤ ਸਾਹਿਬ ਦੇ
ਖਾਸ ਨੁਮਾਇੰਦੇ ਸਮਝ ਰਹੇ ਨੇ ਔਰ ਅਕਾਲ ਤਖਤ ਸਾਹਿਬ ਤੋਂ ਜੋ ਚਾਹ ਰਿਹਾ ਹੈ ਇੱਕ ਧੜਾ ਜਾਂਦਾ ਹੈ, ਚਿੱਠੀ ਕਢਾ ਕੇ ਲਿਆਂਦਾ ਹੈ ਔਰ ਉਹ ਚਿੱਠੀ ਨਿਕਲ ਆਂਦੀ ਹੈ। ਮੈਂ ਤੇ ਸਰਪ੍ਰਾਈਜ਼ ਹਾਂ, ਸਾਡੀ ਐਡੀ ਵੱਡੀ ਸੰਸਥਾ ਅਕਾਲ ਤਖਤ ਸਾਹਿਬ ਤੋਂ ਕਿਸ ਤਰ੍ਹਾਂ ਬਿਨਾਂ ਸਲਾਹ ਕੀਤੇ ਸ੍ਰੀ ਗੁਰੂ ਸਿੰਘ ਸਭਾ ਦੇ ਪਦਾਧਿਕਾਰੀਆਂ ਤੋਂ ਜਾਂ ਮੁੱਖ ਸੇਵਾਦਾਰ ਤੋਂ ਬਿਨਾਂ ਸਲਾਹ ਕੀਤੇ ਇਮੀਡੀਏਟ ਰਿਐਕਸ਼ਨ ਕਰਕੇ ਚਿੱਠੀ ਕੱਢ ਦਿੱਤੀ ਜਾਂਦੀ ਹੈ। ਬੜਾ ਸਰਪ੍ਰਾਈਜ਼ਿੰਗ ਹੈ। ਬਾਕੀ ਠੀਕ ਹੈ, ਇਲੈਕਸ਼ਨ ਮੋਡ ਹੈ, ਜੋ ਵੀ ਹੈ ਸੰਗਤ ਦੇ ਸਾਹਮਣੇ ਹੈ ਔਰ ਸੰਗਤ ਜੋ ਵੀ ਕੰਡਕਟ ਕਰਨਗੇ ਉਹਨਾਂ ਨੂੰ ਜਾਣੂ ਹੋ ਰਹੀ ਹੈ ਸੰਗਤ ਹਰ ਚੀਜ਼ ਤੋਂ। ਫਿਰ ਅੱਗੇ ਸੰਗਤ ਦਾ ਜੋ ਆਦੇਸ਼ ਹੋਏਗਾ ਉਹ ਜੋ ਵੀ ਸਿਰ ਮੱਥੇ ਹੋਏਗਾ। ध्वन यह नहीं लगता कि ये जो मतलब मुख्य चुनाव अधिकारी वगैरह जो है बैठ के आपस जो सलाह मशवरा करके अगर काम कर दे तो इस प्रकार के विवाद समाज के अंदर उत्पन्न नहीं होंगे? देखो वो की होंदा है, वो लोग बैठे ने, हुण कोई अपनी गल करन आया, उन्होंने इमीडिएट गल सुनी और ਉਹਦਾ रस्ता ਕੱਢ ਦਿੱਤਾ। फिर दूजा पक्ष गल करन आया, कंट्रोवर्सी हो गई, ਉਹਨਾਂ ਦੀ ਗੱਲ ਸੁਣੀ फिर रस्ता ਕੱਢ ਦਿੱਤਾ। फिर कोई तीसरा बंदा मिलन आया, ਇਹਦੇ ਵਿੱਚ ਉਹਨਾਂ ਦੀ ਗਲਤੀ ਨਹੀਂ ਹੈ ਪਰ ਉਹ ਕੀ ਹੈ ਉਹਨਾਂ ਦੇ ਰਿਐਕਸ਼ਨ ਇਮੀਡੀਏਟ ਨੇ। ਜਿਵੇਂ ਚੁਣਾਵ ਦੀ ਤੁਸੀਂ ਲਿਸਟ ਨੂੰ ਰਿਜੈਕਟ ਕਰੋ ਤੇ ਉਹਨਾਂ ਨੇ ਰਿਜੈਕਟ ਕਰ ਦਿੱਤੀ। ਉਹਨਾਂ ਨੇ ਇਹ ਚੀਜ਼ ਨਹੀਂ ਸਮਝੀ ਕਿ ਇਹ ਚੀਜ਼ ਪਹਿਲਾਂ ਹੋਈ ਹੈ, ਇਸ ਚੀਜ਼ ਨੂੰ ਮਾन्य ਕੀਤਾ ਗਿਆ ਹੈ, ਹੁਣ ਕਿਸ ਤਰ੍ਹਾਂ ਪ੍ਰੋਸੈਸ ਨੂੰ ਟਾਈਮ ਲੱਗੇਗਾ। ਉਹਨਾਂ ਨੇ ਅਮਾਨਯ ਕਰ ਦਿੱਤੀ। 4 ਦਿਨ ਦੇ ਨੋਟਿਸ ਤੇ ਨਵੇਂ ਮੈਂਬਰਾਂ ਨੂੰ ਕੱਢਤਾ। ਉਹ 4 ਦਿਨ ਵਿੱਚ ਕੋਈ ਪੋਸੀਬਿਲਿਟੀ ਨਹੀਂ ਹੈ। ਜੈਸੀ ਗੁਰਮੁਖੀ ਚ ਫਾਰਮ ਭਰਦੇ ਆ, ਇੱਕ ਬੰਦਾ ਫਾਰਮ ਭਰਦਾ ਹੈ ਤੇ ਪੂਰਾ ਦਿਨ ਤੇ ਉਹਨੂੰ ਸਮਝਣ ਤੇ ਲੱਗ ਜਾਂਦਾ ਹੈ क्योंकि अपना इधर हिंदी चलती है और फॉर्म पूरे गुरमुखी छपे ने। गुरमुखी फॉर्म भरना करना टाइम नहीं सी ते उन्होंने उस चीज़ पुरानी लिस्ट अमान्य कर दी। हुण मेरी जो मुख्य चुनाव आयोग अपने तुहाडे रजिंदर बाबा जी नाल गल होई, उन्होंने कहा असीं पुरानी लिस्ट मान्य कर देंगे। हुण वही गल है कि इमीडिएट रिएक्शन, किसी पक्ष ने आके कोई गल की, उन्होंने कहा ठीक है असीं इस तरह कर दिंदे आ, दूसरे ने यह चीज़ कही, वो फिर चुनाव आयोग अपने हिसाब नाल जिहड़े भी अधिकारी ने वो अपना प्रोसेस कर रहे हैं। साधारण सभा बुलाने का अधिकार किन्नू है, गुरु सिंह सभा नू या मुख्य चुनाव अधिकारी नू? देखो इस तरह है, अकाल तखत साहब का आदेश जारी होया है कि भाई चुनाव प्रोसैस है और चुनाव प्रोसैस होने दे करके असी जो भी साधारण सभा बुलावांगे वो अकाल तखत साहब नू पुछ के करिए। हुण असी अकाल तखत साहब तो नियुक्त चुनाव अधिकारी बाबा रजिंदर जी नू पुछ के ही साधारण सभा बुलाई सी। हुण अगर वो इधर अवेलेबल नहीं सी ते उन्हां नाल कल ही मेरी गल हुई, मैनू दस दे कि भी मैं 1 2 3 नू समागम ते हाँ। उन्होंने मैनू बोलिया है कि मेरा समागम है आगरे 1 2 3। मैं कहा बाबा जी कोशिश करो कि तुसी एक दिन आ जाओ 1 तरीक नू, क्योंकि यह बहुत जरूरी है नियमावली का संशोधन और यह एक बहुत इंपॉर्टेंट रोल अदा करेगा अगे भविष्य के अंदर। तो उन्होंने कहा ठीक है मैं आ जावांगा तो फिर आप इस चीज़ में बैठ के सलाह कर लाँगे। पर यह तो सवेरे ऑर्डर ही आ गया। ये बड़ा सरप्राइजिंग सी कि भाई कोई चीज़ साड़ी वाले प्रोसैस गलबात चल रही है और उधरों चिट्ठी आ गई कि साधारण सभा निरस्त की जाती है। हुण मतलब की देना चाहते हो समाज नूं, तुसीं की कहना चाह रहे हो? नहीं मैं कुछ नहीं, चुनाव का प्रोसैस चालू है। हुण 24 सितंबर नूं ते प्रशासन ने बल मिलिया नहीं। हुण जिहड़ी तरीक अगे आएगी जिहदे विच बल मिलेगा चुनाव होणगे और चुनाव होने चाहिए ने अच्छे तरीके नाल। हुण साधारण सभा कैंसल कर दी है, साधारण सभा कैंसल होएगी, फिर नियमावली की संशोधन हुंदा है वो पता लगेगा। जिस तरह हुण पहला ही खबर आ रही है कि अडॉक कमेटी उधरों ही बन के आ रही है, फिर जिस तरह जो होएगा संगत नूं जाणू करावांगे, असीं आप भी समझांगे कि की करना चाहिए की नहीं करना चाहिए, क्योंकि साडी सर्वोच्च संस्था अकाल तखत साहब है। हुण वो उत्थे बैठ के किस तरह के आदेश तुरंत जारी हो रहे ने, तुरंत जाओ और चिट्ठी ले आओ, बड़ा सरप्राइजिंग है मेरे वास्ते। ਤੁਸੀਂ ਕੋਈ ਇਸ ਨੂੰ ਲੈ ਕੇ ਪੱਤਰ ਵੀ ਲਿਖਿਆ ਸੀ 2 ਦਿਨ ਪਹਿਲੇ ਕਿ ਇੱਥੇ ਇਸ ਪ੍ਰਕਾਰ ਦੀ ਗੱਲ ਕਰਕੇ ਬੰਦੇ ਜਾਂਦੇ ਨੇ ਔਰ ਉੱਥੇ ਉਹ ਚਿੱਠੀ ਲੈ ਆਉਂਦੇ? बिल्कुल मैं चिट्ठी लिखी है कि भाई इससे पहला ही कोई चीज़ के बारे बोल दिता जाता है, उसके बाद जाके चिट्ठी ले आके रख दी जाती है। वही होया और वो चीज़ सामने आ रही है तो ਉਹਦਾ की रस्ता करिए। हुण है तो बड़ा गंभीर विषय है, क्योंकि अगे जाके चुनाव अगर घोषणा हो जाती है आचार संहिता लग जाएगी, आचार संहिता लग जाएगी तो चुनाव का प्रोसैस सब टल जाएगा। चुनाव का प्रोसैस टल जाएगा तो जिहड़े गुरु घर दे काम चल रहे हैं, हुणे समागम है, ज्योति जोत पुरब है 8-9 अक्टूबर नूं अपना गुरु नानक देव जी महाराज का, फिर नवंबर प्रकाश पर्व है, तो सारे चीज़ां बहुत चीज़ां
ਸਮਾਜਿਕ ਤੌਰ ਤੇ ਹੁਣੇ ਸਾਰੇ ਸਮਾਗਮ ਸਿਰ ਤੇ ਆ ਗਏ ਨੇ ਔਰ ਹਲੇ ਸਮਾਜ ਦੇ ਅੰਦਰ ਪ੍ਰਤੀਨਿਧਿਤਵ ਦਾ ਹੀ ਨਹੀਂ ਪਤਾ ਲੱਗ ਪਾ ਰਿਹਾ ਕਿ ਅਸੀਂ ਕਿਸ ਮੋੜ ਤੇ ਆ ਕੇ ਖੜੇ ਹਾਂ। ਬੜੀ ਦੁਵਿਧਾ ਵਾਲੀ ਸਥਿਤੀ ਅੱਜ ਦੀ ਤਰੀਕ ਵਿੱਚ ਸਾਡੇ ਸਾਹਮਣੇ ਆ ਕੇ ਖੜੀ ਹੋਈ ਹੈ ਕਿ ਅਸੀਂ ਕੀ ਕਰੀਏ। ਬਾਈਲਾਜ਼ ਦੇ ਅੰਦਰ ਸੰਸ਼ੋਧਨ ਦਾ ਅਧਿਕਾਰ ਕਿਸ ਨੂੰ ਹੈ? ਬਾਇਲਾਜ਼ ਦੇ ਅੰਦਰ ਸੰਸ਼ੋਧਨ ਦਾ ਅਧਿਕਾਰ ਇੰਦੌਰ ਦੀ ਸੰਗਤ ਨੂੰ ਹੈ। ਸਾਧਾਰਨ ਸਭਾ ਬੁਲਾ ਕਰਕੇ ਅਸੀਂ ਸੰਸ਼ੋਧਨ ਕਰ ਸਕਦੇ ਹਾਂ। नहीं, पर हुणे ये देखा जा रहा है, प्रक्रिया देखने ਚ ਆ ਰਹੀ कि कुछ सहायक चुनाव अधिकारी और कुछ बंदे वो मतलब कुछ बाइलाज लिखन ਦਾ काम कर रहे ਨੇ, तो ये अधिकार ਉਹਨਾਂ ਕੋਲ ਹੈ ਕਿ ਨਹੀਂ? ਦੇਖੋ ਇਸ ਤਰ੍ਹਾਂ ਇਹ ਸਾਡੀ ਆਪਸ ਵਿੱਚ ਬੈਠ ਕੇ ਗੱਲ ਹੋਈ ਸੀ, ਤਾਂ ਹੀ ਅਸੀਂ ਸਾਧਾਰਨ ਸਭਾ ਬੁਲਾਈ ਸੀ ਜੀ। ਉਹਨਾਂ ਨੇ ਬੋਲਿਆ ਕਿ ਵੀ ਇਸ ਤਰ੍ਹਾਂ ਨਿਯਮਾਵਲੀ ਵਿੱਚ ਅਸੀਂ ਅਮਿਟਮੈਂਟ ਕਰਨਾ ਹੈ ਜੀ, ਤੇ ਰਵਿੰਦਰ ਸਿੰਘ ਨਾਰੰਗ ਜੀ ਦੀ ਡਿਊਟੀ ਲਗਾਈ ਗਈ। ਅਸੀਂ ਬੈਠੇ ਸੀ ਕਿ ਵੀ ਆਪਸ ਵਿੱਚ ਕਿ ਤੁਸੀਂ ਇਹਦੇ ਵਿੱਚ ਪੁਰਾਣੀ ਨਿਯਮਾਵਲੀ ਬਣੀ ਹੈ ਗੁਰਦੁਆਰੇ ਤੋਂ ਲੈ ਲਓ, ਉਹਦੇ ਵਿੱਚ ਇੱਕ ਵਾਰ ਪੂਰੀ ਸਟੱਡੀ ਕਰ ਲਓ। ਅਗਰ ਕੁਝ ਉਹਦੇ ਵਿੱਚ ਅਮਿਟਮੈਂਟ ਕਰਨਾ ਹੈ, ਕੋਈ ਚੀਜ਼ ਸਾਨੂੰ ਲੱਗਦਾ ਹੈ ਕਿ ਵੀ ਉਹਨੂੰ ਅਸੀਂ ਠੀਕ ਕਰਨਾ ਹੈ ਤਾਂ ਅਮਿਟਮੈਂਟ ਕਰੋ। ਬਿਕੋਜ਼ ਰਵਿੰਦਰ ਸਿੰਘ ਨਾਰੰਗ ਅੱਛੇ ਪੜ੍ਹੇ ਲਿਖੇ ਆਦਮੀ ਨੇ, ਇਸ ਲਈ ਉਹਨਾਂ ਦਾ ਨਾਮ ਮੈਂ ਪ੍ਰਪੋਜ਼ ਕਰਕੇ ਇਲੈਕਸ਼ਨ ਵਿੱਚ ਲਿਆ ਕਿ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਬਾਬਾ ਰਜਿੰਦਰ ਜੀ, ਰਵਿੰਦਰ ਸਿੰਘ ਨਾਰੰਗ ਜੀ, ਇਹਨਾਂ ਲੋਕਾਂ ਨੂੰ ਮੈਂ ਲੈ ਕੇ ਆਇਆ ਕਿ ਵੀ ਇੱਕ ਫੇਅਰ ਇਲੈਕਸ਼ਨ ਸਮਾਜਿਕ ਤੌਰ ਤੇ ਹੋਣੇ ਚਾਹੀਦੇ ਨੇ। ਔਰ ਜੋ ਨਿਯਮਾਵਲੀ 'ਚ ਅਮਿਟਮੈਂਟ ਕਰਕੇ ਸੰਸ਼ੋਧਨ ਕਰਨਾ ਹੈ ਉਹਦਾ ਇੱਕ ਰਫ ਡਰਾਫਟ ਤੁਸੀਂ ਤਿਆਰ ਕਰ ਲਓ, ਫਿਰ ਅਸੀਂ ਸਮਝ ਕੇ ਫਾਈਨਲ ਡਰਾਫਟ ਤਿਆਰ ਕਰਕੇ ਔਰ ਫਿਰ ਸੰਗਤ ਅੱਗੇ ਅਸੀਂ ਸਾਧਾਰਨ ਸਭਾ 'ਚ ਲੈ ਕੇ ਆਵਾਂਗੇ। ਇਹ ਆਪਸੀ ਸਲਾਹ ਹੋਈ ਸੀ, ਤਾਂ ਹੀ ਸਾਧਾਰਨ ਸਭਾ ਬੁਲਾਈ ਗਈ ਸੀ। ਇਹ ਡਰਾਫਟ ਸੰਗਤ ਦੇ ਸਾਹਮਣੇ ਕਿੰਨੇ ਦਿਨ ਦੇ ਅੰਦਰ ਆ ਜਾਏਗਾ? ਸਾਡੀ ਕੋਸ਼ਿਸ਼ ਹੈ ਕਿ 3 ਤੋਂ 4 ਦਿਨ ਦੇ ਅੰਦਰ ਹੁਣ ਅਸੀਂ ਡਰਾਫਟ ਲਿਆ ਕੇ ਸੰਗਤ ਨੂੰ ਭੇਜ ਦਾਂਗੇ। ਬਾਕੀ ਜਦੋਂ ਹੁਣ ਇਹਨੂੰ ਮਾन्य ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਜਦ ਤੱਕ ਅਕਾਲ ਤਖਤ ਸਾਹਿਬ ਤੋਂ ਕੋਈ ਨਿਰਦੇਸ਼ ਆਏਗਾ ਉਹਦੇ ਬਾਅਦ ਹੀ ਅੱਗੇ ਪ੍ਰਕਿਰਿਆ ਵਧੇਗੀ। ਸੰਗਤ ਨੂੰ ਇਹ ਅਧਿਕਾਰ ਤਾਂ ਹੋਏਗਾ ਨਾ ਕਿ ਉਹਦੇ ਅੰਦਰ ਕੁਝ ਵੀ ਸੰਸ਼ੋਧਨ ਕਰਨਾ ਹੋਵੇ ਜਾਂ ਕੋਈ ਪੁਆਇੰਟ ਉਹਨਾਂ ਨੂੰ ਨਹੀਂ ਜੋੜਨਾ ਹੋਵੇ ਜਾਂ ਹਟਾਣਾ ਹੋਵੇ, ਉਹ ਸਲਾਹ ਦੇ ਸਕਦੇ ਨੇ ਨਾ? ਵੀਰ ਜੀ, ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਸੰਗਤ ਦੀ ਹੈ। ਅਗਰ ਕੋਈ ਗੁਰੂ ਘਰ ਦੇ ਅੰਦਰ ਰਹਿਤ ਮਰਿਆਦਾ ਦੇ ਅੰਦਰ ਅਗਰ ਕੋਈ ਨਿਯਮਾਵਲੀ ਸੰਸ਼ੋਧਨ ਹੋਏਗਾ, ਸੰਗਤ ਨੂੰ ਪੂਰਨ ਅਧਿਕਾਰ ਹੈ। ਇਸ ਤਰ੍ਹਾਂ ਤਾਂ ਨਹੀਂ ਹੋਗਾ ਕਿ ਕੋਈ ਜਾ ਕੇ ਫਿਰ ਉੱਤੇ ਚਿੱਠੀ ਲੈ ਆਏਗਾ। ਦੇਖੋ ਹੁਣ ਇਹ ਤੇ ਜੋ ਜਾ ਰਹੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਵੀ ਕਿਸ ਤਰ੍ਹਾਂ ਕੀ ਕਰਨਾ ਹੈ। ਹੁਣ ਅਸੀਂ ਤੇ ਉਸ ਚੀਜ਼ ਨੂੰ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਰਹਿਤ ਮਰਿਆਦਾ 'ਚ ਰਹਿ ਕੇ ਔਰ ਸਮਾਜ ਵਾਸਤੇ ਔਰ ਗੁਰੂ ਘਰ ਵਾਸਤੇ ਉਚਿਤ ਹੋਏਗੀ। ਤੁਸੀਂ ਜਥੇਦਾਰ ਸਾਹਿਬ ਨਾਲ ਮਿਲੋ ਨਾ, ਮਿਲ ਕੇ ਸਾਰੀ ਗੱਲ ਰੱਖੋ ਕਿ ਇਸ ਪ੍ਰਕਾਰ ਦੇ ਜੋ ਕੰਮ ਹੋ ਰਹੇ ਨੇ, ਜਿਸ ਤੋਂ ਲੈ ਕੇ ਆਪਣੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮਰਿਆਦਾ ਦੇ ਉੱਤੇ ਵੀ ਗੱਲ ਪਹੁੰਚ ਰਹੀ ਹੈ। ਇੱਥੇ ਦੂਜੇ ਸਮਾਜ ਔਰ ਤਰ੍ਹਾਂ ਦੀ ਜੋ ਖਬਰ ਆ ਰਹੀ ਹੈ, ਉਸ ਕਰਕੇ ਸਾਨੂੰ ਇੱਕ ਸਿੱਖ ਹੋਣ ਦੇ ਨਾਤੇ ਮੈਨੂੰ ਵੀ ਬੜਾ ਠੇਸ ਪਹੁੰਚਿਆ ਹੈ ਕਿ ਇਹ ਕੀ ਹੋ ਰਿਹਾ। ਦੇਖੋ ਪਹਿਲਾਂ ਚੁਣਾਵ ਕਦੋਂ ਹੋ ਰਹੇ ਸੀ? 13 ਜੁਲਾਈ 13 ਅਗਸਤ 13 ਜੁਲਾਈ ਫਿਰ 13 ਅਗਸਤ ਨੂੰ ਹੋਏ। ਹਾਂ, ਫਿਰ ਉਹਦੇ ਬਾਅਦ ਡੇਟ ਅੱਗੇ ਵਧੀ 24 17 ਕਿਉਂ ਵਧੀ? ਗੁਰਪੁਰਬ ਕਰਕੇ, ਪ੍ਰਕਾਸ਼ ਪੁਰਬ ਨਹੀਂ, ਅਸੀਂ ਗਏ, ਨए ਜਥੇਦਾਰ ਸਾਹਿਬ ਆਏ, ਉਹਨਾਂ ਅੱਗੇ ਗੱਲ ਰੱਖੀ ਕਿ ਬਈ ਖਾਲਸਾ ਐਜੂਕੇਸ਼ਨ ਸੁਸਾਇਟੀ ਵਿੱਚ 25 ਸਾਲ ਤੋਂ 13 ਅਗਸਤ ਦੇ ਬਾਅਦ ਸੰਗਤੀ ਚੋਣਾਂ ਨਹੀਂ ਹੋਈਆਂ। ਤੁਸੀਂ ਸ਼੍ਰੀ ਗੁਰੂ ਸਿੰਘ ਸਭਾ ਦੇ ਨਾਲ ਸੰਗਤੀ ਚੋਣਾਂ ਦੀ ਵੀ ਕਰਾਓ। ਲਗਾਤਾਰ ਗਏ, 3 ਵਾਰ 4 ਵਾਰ 5 ਵਾਰ ਜਾ ਕੇ ਆਪਣੀ ਗੱਲ ਰੱਖੀ। ਜਿਹੜੀ ਸਮਾਜ ਦੀ ਬਿਮਾਰ ਸੰਸਥਾ ਹੈ, ਜਿਹਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ, ਉਹਦੀ ਚੋਣਾਂ ਹੋਣੀਆਂ ਚਾਹੀਦੀਆਂ ਨੇ। ਲੇਕਿਨ ਉਹ ਗੱਲ ਨੂੰ ਸੁਣਨ ਦੇ ਬਾਅਦ ਵੀ ਉਹਨਾਂ ਨੇ ਸ਼੍ਰੀ ਗੁਰੂ ਸਿੰਘ ਸਭਾ ਨੂੰ ਹੀ ਪ੍ਰਾਇੋਰਟੀ ਤੇ ਚੋਣਾਂ ਵਾਸਤੇ ਉਹਨਾਂ ਨੇ ਉਹਦਾ ਡਿਕਲੇਰੇਸ਼ਨ ਦਿੱਤਾ ਕਿ ਬਈ 24 ਸਤੰਬਰ ਨੂੰ ਚੋਣਾਂ ਹੋਣਗੀਆਂ। ਤੇ ਫਿਰ ਹੁਣ ਅਸੀਂ ਵਾਰ-ਵਾਰ ਅਕਾਲ ਤਖਤ ਸਾਹਿਬ ਜਾਂ ਜਥੇਦਾਰ ਸਾਹਿਬ ਕੋਲ ਜਾ ਕੇ ਕੋਈ ਮਤਲਬ ਨਹੀਂ। ਹੁਣ ਪ੍ਰੋਸੈਸ ਚੱਲ ਪਿਆ ਚੁਣਾਵ ਦਾ, ਤੇ ਹੁਣ ਜੋ ਚੁਣਾਵ ਦਾ ਪ੍ਰੋਸੈਸ ਚੱਲ ਪਿਆ ਉਹ ਫੋਲੋ ਕਰਨ ਵਾਸਤੇ ਚੁਣਾਵ ਅਧਿਕਾਰੀ ਬਣ ਗਏ ਨੇ। ਹੁਣ ਚੁਣਾਵ ਅਧਿਕਾਰੀ ਨੇ ਹੀ ਕਿਹਾ ਬਾਇਲਾਜ਼ ਵਿੱਚ ਸੰਸ਼ੋਧਨ ਕਰਨਾ ਹੈ, ਕਿਉਂਕਿ ਸੰਗਤ ਨੇ ਹੀ ਬੋਲਿਆ ਕਿ ਬਾਇਲਾਜ਼ ਵਿੱਚ ਸੰਸ਼ੋਧਨ ਕੀਤਾ ਜਾਏ। ਉਸ ਚੀਜ਼ ਨੂੰ ਇੰਪਲੀਮੈਂਟ ਕਰ ਰਹੇ ਸੀ ਤੇ ਹੁਣ ਉਹਨਾਂ ਨੇ ਉਹਦੇ ਸਾਧਾਰਨ ਸਭਾ ਤੇ ਰੋਕ ਲਗਾ ਦਿੱਤੀ। ਉਹ ਸਾਡੀ ਸਰਵੋੱਚ ਸੰਸਥਾ ਹੈ, ਉਹਦਾ ਜੋ ਵੀ ਹੁਕਮ ਹੁੰਦਾ ਉਹ ਸਾਨੂੰ ਸਾਡੇ ਸਿਰ ਅੱਖਾਂ ਤੇ ਹੈ, ਸਾਨੂੰ ਮਾਨਯ ਹੈ। ਬਾਕੀ ਜੋ ਡੇਟ ਡਿਸਾਈਡ ਕਰਨਗੇ ਫਿਰ ਤਾਂ ਉਸ ਚੀਜ਼ ਨੂੰ ਅਸੀਂ ਨਿਯਮਾਵਲੀ ਸੰਸ਼ੋਧਨ ਕਰ ਲਾਂਗੇ। ਚੁਣਾਵ ਦਾ ਡੇਟ ਜੋ ਹੈ ਸਾਧਾਰਨ ਸਭਾ ਬੁਲਾ ਰਹੇ ਹੋ ਤੁਸੀਂ, तो संगत क्यों ना करे चुनाव का डेट ऐलान कि इंदौर की संगत सक्षम नहीं है? देखो ਹੁਣ ਕੀ ਹੈ, ਅਕਾਲ ਤਖਤ ਸਾਹਿਬ ਇਨਵੋਲਵ ਹੋ ਗਿਆ ਹੈ, ਜੇ ਸਰਵੋੱਚ ਸੰਸਥਾ ਹੈ ਸਾਡੀ। ਅਗਰ ਅਸੀਂ ਕੁਝ ਵੀ ਉਹਦੇ ਮਰਿਆਦਾ ਦੇ ਖਿਲਾਫ ਜਾ ਕੇ ਕੰਮ ਨਹੀਂ ਕਰ ਸਕਦੇ। ਇਹ ਸਾਡੀ ਹੁਣ ਇੱਕ ਤਰੀਕੇ ਨਾਲ ਤੁਸੀਂ ਸੰਗਤ ਦੀ ਮਜਬੂਰੀ ਵੀ ਮੰਨੋ
ਸੰਗਤ ਦਾ ਇੱਕ ਮਾਨ ਸਨਮਾਨ ਵੀ ਹੈ ਸਾਡੇ ਅਕਾਲ ਤਖਤ ਸਾਹਿਬ ਦੇ ਪ੍ਰਤੀ। ਬਾਕੀ ਇਹ ਜ਼ਰੂਰ ਹੈ ਕਿ ਵੀ ਕੋਈ ਵੀ ਚਿੱਠੀ ਜਾਂ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਇੱਕ ਸਾਂਝ ਹੋਣੀ ਬਹੁਤ ਜ਼ਰੂਰੀ ਹੈ ਔਰ ਉਹਦੀ ਕਮੀ ਹੈ ਉਹ ਹੋਣੀ ਚਾਹੀਦੀ ਹੈ। ਛੇਤੀ ਵੀ ਅਗਰ प्रयास किया जाए तो चुनाव कितनी जल्दी हो सकते हैं? कितना टाइम घट तो घट चुनाव नो लेके कितना समय लगेगा? भाई 15 दिन और की अगर अमेंडमेंट नहीं करना तुसी ਤੇ ਜਦੋਂ ਵੀ ਤੁਹਾਨੂੰ ਫੋਰਸ ਮਿਲੇ ਤੁਸੀਂ ਚੋਣ ਕਰਾ ਲਓ। तो अमेंडमेंट अगर नहीं करना तो पुराने बायलॉज के हिसाब नाल ही होंगे। पुराने बायलॉज ਨਾਲ ਹੋਣਗੇ ਕਿਉਂਕਿ ਤੁਸੀਂ ਅਗਰ ਅਮੈਂਡਮੈਂਟ ਕਰੋਗੇ ਕੋਈ ਚੀਜ਼ ਨੂੰ ਫਰਮੈਂਟ ਸੁਸਾਇਟੀ ਨੂੰ ਦੋਗੇ ਅਮੈਂਡਮੈਂਟ ਕਰਕੇ ਉਹ ਪ੍ਰੋਸੈਸ ਨੂੰ ਵੀ 15 ਦਿਨ ਲੱਗਣਗੇ। ਸਾਧਾਰਨ ਸਭਾ ਬੁਲਾ ਕੇ ਉਹਦੇ ਅਮੈਂਡਮੈਂਟ ਕਰਨ ਦੇ 15 2 ਮਹੀਨੇ ਦਾ ਸ਼ਾਇਦ ਸਮੇਂ ਹੈ ਉਸ ਚ। ਘੱਟੋ ਘੱਟ ਸਾਰੇ ਦਿਨ ਦੀ ਆਪੱਤੀ ਦਾ ਤੁਹਾਡਾ 2 ਮਹੀਨੇ ਲੱਗਣਗੇ ਤੇ ਵੀ ਅਗਰ ਤੁਸੀਂ ਅਮੈਂਡਮੈਂਟ ਨਹੀਂ ਕਰਨਾ ਤੇ ਵੀ ਠੀਕ ਹੈ ਫਿਰ ਸਿੱਧਾ ਚੋਣ ਦਾ ਇਹ ਲੋਕ ਫੋਰਸ ਲੈਣ ਨਾ। ਤੇ ਮੁੱਖ ਚੁਣਾਵ ਆਯੋਗ ਚੁਣਾਵ ਅਧਿਕਾਰੀ ਜਿਹੜੇ ਬਣੇ ਨੇ ਉਹਨਾਂ ਦਾ ਹੈਗਾ ਕਿ ਵੀ ਪ੍ਰਸ਼ਾਸਨ ਤੋਂ ਫੋਰਸ ਲੈਣ ਔਰ ਚੁਣਾਵ ਡਿਕਲੇਅਰ ਕਰਨ। ਉਹ ਤੇ ਹੁਣ ਉਹਨਾਂ ਦੇ ਉੱਪਰ ਸਾਰੀ ਗੱਲ ਹੈ ਨਾ, ਉਹਦੀ ਸਾਡਾ ਕੋਈ ਇਨਵੋਲਵਮੈਂਟ ਹੀ ਨਹੀਂ ਹੈ। ਫਿਰ ਤਾਂ ਚੁਣਾਵ ਪੁਰਾਣੇ ਬਾਇਲॉज ਦੇ ਅਨੁਸਾਰ ਹੀ ਕਰਾਣੇ ਪੈਣਗੇ ਨਾ। अगर अमेंडमेंट नहीं कर देते फिर पुराने बायलॉज नाल होंगे और अमेंडमेंट करेंगे तो घट से घट 2-2.5 महीने तो लगनगे। घट्टो घट नहीं ए तो प्रोसीजर ਦਾ ਟਾਈਮ ਹੈ ਨਾ। ਹਾਂ तो प्रोसीजर तो फॉलो करना ही पेगा ना। ਸਭਾ ਦਾ ਤੁਸੀਂ ਨੋਟਿਸ ਦੋਗੇ ਅਮੈਂਡਮੈਂਟ ਕਰੋਗੇ ਫਿਰ ਉਹਦੀ ਫਰਮੈਂਟ ਸੁਸਾਇਟੀ ਦੱਸੋਗੇ ਇਹ ਸੰਗਤ ਜਾਣੂ ਹੋਏਗੀ ਤੇ ਚੀਜ਼ ਸਭ ਚੀਜ਼ਾਂ ਟਾਈਮ ਕਿਲਿੰਗ ਚੀਜ਼ਾਂ ਨੇ ਨਾ। ਟਾਈਮ ਟੇਕਿੰਗ ਚੀਜ਼ਾਂ ਨੇ ਇਹਨਾਂ ਨੂੰ ਟਾਈਮ ਲੱਗੇਗਾ ਘੱਟੋ ਘੱਟ ਨਹੀਂ ਤੇ ਮਹੀਨਾ ਤੇ 1.5 ਮਹੀਨਾ ਲੱਗੇਗਾ। कदी तुसा अपने जीवन च इस प्रकार का कोई वाक्य देखा है कि कोई सिख अपने बांध उत्ते काली पट्टी बांध के गुरु घर जावे? कदी इस प्रकार का कोई वाक्य होया? नहीं इस तरह का तो वाक्य कदी होया नहीं है। बाकी कोई इस तरह का मुद्दा भी नहीं सी कि एकदम नाल इस तरीके नाल जाके तुसी खड़े होकर के और उन्होंने ज्ञापन दो क्योंकि यह चीज़ अगर कोई पुरानी फॉर्म या ਜਿਹੜੀ ਹੈ ਲਿਸਟ ਮਾਨਯ ਕਰਾਈ ਜਾ ਰਹੀ ਹੈ ਤੇ ਇਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਥੋੜੀ ਹੈ ਤੇ ਸੰਗਤ ਦਾ ਨਾ ਵੀ ਉਹ ਪੁਰਾਣਾ ਵੀ ਵੋਟਰ ਲਿਸਟ ਹੈ ਜਿਹੜੀ ਉਹ ਸੰਗਤ ਦੀ ਹੈ ਨਵੀਂ ਵੀ ਵੋਟਰ ਲਿਸਟ ਜਿਹੜੀ ਬਣੀ ਹੈ ਉਹ ਵੀ ਸੰਗਤ ਦੀ ਬਣੀ ਹੈ। ਕੋਈ ਅਕਾਲ ਤਖਤ ਸਾਹਿਬ ਜੀ ਦੇ ਕੋਈ ਆਦੇਸ਼ ਦੀ ਅਵਹੇਲਨਾ ਤਾਂ ਨਹੀਂ ਹੋਈ ਨਾ ਕਿ ਹੋਈ ਸੀ? नहीं अकाल तख्त साहब के आदेश की कोई अवहेलना ही नहीं है। फिर इन्होंने तो प्रचार किया कि अकाल तख्त साहब जी के आदेश की अवहेलना हो गई और ਸਾਰੇ ਇੰਦੌਰ ਦੇ ਪ੍ਰੈਸ ਮੀਡੀਆ ਨੂੰ ਬੁਲਾ ਕੇ ਵੱਡੇ ਅਖਬਾਰ ਦੇ ਉੱਤੇ ਕਾਲਮ ਛਪਵਾਏ ਗਏ। ਦੇਖੋ ਇਸ ਤਰ੍ਹਾਂ ਹੈ ਤੇ ਆਪਣੀ ਆਪਣੀ ਸੋਚ ਹੈ ਔਰ ਇਹਨਾਂ ਨੂੰ ਇੰਨਾ ਸਮਝਣਾ ਚਾਹੀਦਾ ਹੈ ਕਿ ਸਾਡੇ ਸਮਾਜ ਤੇ ਦੂਜਾ ਸਮਾਜ ਵੀ ਨਿਗਾਹ ਰੱਖ ਕੇ ਬੈਠਾ ਹੋਇਆ ਹੈ। ਅੱਜ ਅਗਰ ਅਸੀਂ ਕੋਈ ਵੀ ਇਸ ਤਰ੍ਹਾਂ ਦਾ ਕੰਮ ਕਰਦੇ ਹਾਂ ਤੇ ਸਾਡੇ ਸਮਾਜ ਦੀ ਬਹੁਤ ਬਦਨਾਮੀ ਹੁੰਦੀ ਹੈ ਔਰ ਵਾਕਈ ਇਸ ਟਾਈਮ ਹਰ ਸਮਾਜ ਦਾ ਬੰਦਾ ਉਸ ਚੀਜ਼ ਨੂੰ मतलब मैं गुरु ਨੂੰ ਹਾਜ਼ਰ ਨਾਜ਼ਰ ਮੰਨ ਕੇ ਬੋਲ ਰਿਹਾ। ਅੱਜ ਦੀ ਤਰੀਕ ਵਿੱਚ ਬਿਲਕੁਲ ਪੀਕ ਤੇ ਹੈ ਕਿ ਸਿੱਖ ਸਮਾਜ ਵਿੱਚ ਕੀ ਹੋ ਰਿਹਾ ਹਰ ਬੰਦੇ ਦੀ ਨਿਗਾਹ ਹੈ। ਹੁਣ ਇਹ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕੀਤਾ ਹੈ ਇਹਦੀ ਲੋੜ ਹੀ ਨਹੀਂ ਸੀ ਲੇਕਿਨ ਸਿਰਫ ਇਹ ਦੱਸਣ ਵਾਸਤੇ ਕਿ ਵੀ ਇਹ ਹੋ ਗਿਆ ਜੀ ਅਡੌਕ ਕਮੇਟੀ ਬਣਾਈ ਜਾਏ ਜੀ ਇਹ ਤੇ ਸਿਰਫ ਆਪਣਾ ਇੱਕ ਸਿਚੁਏਸ਼ਨ ਕ੍ਰੀਏਟ ਕਰਕੇ प्लांटेशन की जा रही है और चीज ऊपर पहुंचाई जा रही है और पहुंच के और जो चाह रहे हो उस चीज़ के आदेश हो कढ़ाने की कोशिश कर रहे हैं। एक प्रयास चल रहा है और मैं साथ संगत अगे भी बेनती करांगा और जो कर रहे हैं ये सब चीज़ ना करो। प्यार मोहब्बत नाल इलैक्शन की घोषणा हो गई है। शासन प्रशासन अपना फोर्स दवे और चोणा हो जो चोणा हो संगत का जो निर्णय होएगा सामने आ जाएगा। पर इस तरीके दियां हरकतां करके समाज दी पोजीशन गिरान की कोशिश होती है। उस चीज़ को समझो कि अपने समाज नूं दूसरा समाज भी वॉच कर रहा है दूसरे लोग भी देख रहे हैं। यह सब चीज़ों कंट्रोवर्सी ना करके आपसी बैठ के रजामंदी नाल एक कमरे सहमति नाल उहदा हल कड्ढण दी कोशिश की जाए। मैं ये कह रहा सी कि इंदौर के अंदर सिखां की आबादी कितनी होगी? आप 11 साल प्रधान रहे तो मेरे ख्याल ना 50,000 सिखा की आबादी हैगी है इंदौर के अंदर। वोटर कितने होंगे? 50,000 है ना सिखा की आबादी है 50,000 है। वोटर मान लो मोटे मोटे वोटर इन्ना ही वोटर होएगा। तुसी आप देख लो ना भी विधान सभा 6 विच 12,000 वोटर हैगे ने सिख वोटर विधान सभा 6 नंबर जी है राव विधान सभा 4 नंबर 12,000 सिख वोटर ने। हाँ 4,000
ਵਿਧਾਨ ਸਭਾ 4 ਵਿੱਚ ਘੱਟੋ ਘੱਟ 20 ਤੋਂ 25,000 ਸਿੱਖ ਵੋਟਰ ਹੈਗੇ ਨੇ। ਵੋਟਰ ਤੇ ਹੈਗੇ ਹੀ ਨੇ ਸਿੱਖਾਂ तो ਦੇ। फिर 11,000 12,000 वोटर ਨੂੰ ਲੈ ਕੇ ਚੁਣਾव ਕਰਵਾ ਕੇ ਕੀ ਤੁਸੀਂ ਰਾਜਨੀਤਿਕ ਪਾਰਟੀਆਂ ਨੂੰ ਕੀ ਸੰਦੇਸ਼ ਦੇ ਰਹੇ ਹੋ ਕਿ ਸਿੱਖ ਵੋਟਰ 11-12,000 ਹੀ ਨੇ? ਤੇ ਸਾਡੇ ਸਮਾਜ ਦੀ ਵੈਲਿਊ ਫਿਰ ਕਿੱਥੇ ਰਹੇਗੀ? ਦੇਖੋ ਇਸ ਤਰ੍ਹਾਂ ਹੈ, ਇਹ ਸਮਾਜਿਕ ਚੋਣਾਂ ਨੇ। ਉਹ ਸਮਾਜਿਕ ਚੋਣ ਵਿੱਚ ਉਹੀ ਬੰਦਾ ਇੰਟਰਸਟ ਲੈਂਦਾ ਹੈ ਜਿਹਦਾ ਇੰਟਰਸਟ ਰਹਿੰਦਾ ਹੈ। ਬਾਕੀ ਤੇ ਤੁਸੀਂ, ਤੁਹਾਡੇ ਕੋਲ ਆਧਾਰ ਕਾਰਡ ਹੈ, ਤੁਸੀਂ ਆਪਣਾ ਵੋਟ ਪਾਉਣ ਦਾ ਅਧਿਕਾਰ ਹੈ ਤੁਹਾਨੂੰ ਆਧਾਰ ਕਾਰਡ ਦੇ ਬੇਸ ਤੇ ਬਈ ਇਹ ਜਿਹੜੇ ਵੋਟਰਸ ਨੇ ਇਹ ਲਿਸਟ ਵਿੱਚ ਜਿਹੜੇ ਨਾਮ ਜੁੜੇ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਬਈ ਜਿਹਦਾ ਜੋ ਇੰਟਰਸਟ ਹੈ ਪੈਨਲ ਦਾ, ਉਹਨਾਂ ਲੋਕਾਂ ਨੇ ਆਪਣੇ ਨੇੜੇ ਨੀਅਰ ਡੀਅਰ ਦੇ ਲੋਕਾਂ ਨੂੰ ਮੈਂਬਰ ਬਣਾਇਆ ਹੈ। ਬਾਕੀ ਸੰਗਤੀ ਰੂਪ ਵਿੱਚ ਜਿੰਨੇ ਸੰਗਤੀ ਗੁਰਦੁਆਰੇ ਆਉਂਦੇ ਨੇ, ਗੁਰੂ ਘਰ ਵਿੱਚ ਆਪਣਾ ਜਾਂਦੇ ਨੇ, ਉਹਨਾਂ ਦਾ ਇੰਟਰਸਟ ਜਿਹੜਾ ਹੈਗਾ ਕਿ ਵੀ ਅੱਛੇ ਲੋਕ ਆਣ, ਉਹ ਸਭ ਵੋਟਰ ਬਣੇ ਨੇ। ਬਾਕੀ ਕਈ ਲੋਕ ਰਹਿ ਗਏ ਨੇ, ਉਹਨਾਂ ਨੂੰ ਵੀ ਆਪਦੇ ਚੈਨਲ ਦੇ ਮਾਧਿਅਮ ਤੋਂ ਬੇਨਤੀ ਕਰਾਂਗਾ ਕਿ ਵੀ ਵੋਟਰ ਬਣੋ ਔਰ ਆਪਣਾ ਅੱਛੀ ਕਮੇਟੀ ਚੁਣ ਕੇ ਅੱਗੇ ਲੈ ਕੇ आओ। ਚੁਣਾव तो मेरे ख्याल 2-3 महीने बाद ही होंगे, तो क्यों नहीं गुरु सिंह सभा एक जनगणना करवा लेंदी, अपनी सिख आबादी का एक्यूरेट पता चल जावे कि किस परिवार चो किन्ने मैंबर ने, पूरी एक जनसंख्या का सानू पता चलना चाहिए। कोई डायरेक्टरी बन जावे या पूरा रिकॉर्ड गुरु सिंह सभा को ला जावे, उस दे आधार नाल सरकार भी ते राजनीतिक दल भी साडे समाज ਨੂੰ मान सम्मान देणगे। अगर 10-12,000 13,000 ਵੋਟਰ ਰਹੇ तो फिर ਉਹਨਾਂ ਲਈ तो कोई गल नहीं कि चलो कोई नहीं। ਦੇਖੋ ਇਸ ਤਰ੍ਹਾਂ ਹੈਗਾ ਕਿ ਬਈ ਇਹ ਤੇ ਆਪਣਾ ਆਪਣਾ ਰੁਝਾਨ ਹੈ। ਜੇ ਤੁਹਾਡਾ ਇੰਟਰਸਟ ਹੋਏਗਾ ਤੁਸੀਂ ਮੈਂਬਰ ਬਣੋਗੇ, ਪਰਿਵਾਰ ਨੂੰ ਮੈਂਬਰ ਬਣਾਓਗੇ। नहीं, मैं दूसरा ਜੇ सवाल ਇੰਟਰਸਟ ਨਹੀਂ ਰਹੇਗਾ। मैं दूसरा सवाल कर ਸਿੰਘ ਸਭਾ ਆਪਣੀ ਤਰਫੋਂ ਅਪੀਲ ਕਰ ਚੁੱਕੀ ਹੈ, ਪੇਪਰ ਵਿੱਚ ਦੇ ਚੁੱਕੀ ਹੈ, ਵਿਗਿਆਪਤੀ ਦੇ ਚੁੱਕੀ ਹੈ, ਸਾਰੇ ਗੁਰਦੁਆਰਿਆਂ ਦੇ ਮਾਧਿਅਮ ਤੋਂ ਕਹਿ ਚੁੱਕੀ ਹੈ ਕਿ ਵੀ ਤੁਸੀਂ ਸ੍ਰੀ ਗੁਰੂ ਸਿੰਘ ਸਭਾ ਦੀਆਂ ਚੋਣਾਂ ਨੇ, ਤੁਸੀਂ ਮੈਂਬਰ ਬਣੋ। ਇਹ ਪ੍ਰयास ਕੀਤਾ ਜਾ ਚੁੱਕਾ ਹੈ। ਆਪ ਜੀ ਨੇ ਕਿਹਾ ਅਸੀਂ ਹੋਰ ਕੋਸ਼ਿਸ਼ ਕਰਾਂਗੇ। मेरा ਜ਼ਿਆਦਾ ਤੋਂ ਜ਼ਿਆਦਾ मेरा सवाल ऐसी कि जनगणना क्यों ना करवा लिता जावे कि समाज की पूरी जानकारी अपने गुरु सिंह सभा इंदौर दे कोल मौजूद हो जान। लेकिन मैं हाँ, मेरे घर दे किन्ने मैंबर ने, किन्ने बच्चे ने, ये मतलब इस प्रकार का जनगणना समाजिक हित ਲਈ बड़ा चंगा होएगा। ਬੜਾ ਅੱਛਾ ਤੁਹਾਡਾ ਕੁਐਸਚਨ ਹੈ। ਵਾਕਈ ਇਸ ਤਰ੍ਹਾਂ ਹੋਣਾ ਚਾਹੀਦਾ। ਸਾਡੇ ਕੋਲ ਇੱਕ ਡਾਟਾ ਜ਼ਰੂਰ ਹੋਣਾ ਚਾਹੀਦਾ ਆਪਣੇ ਸਿੱਖਾਂ ਦਾ। ਪੂਰਾ ਡਾਟਾਬੇਸ ਤਿਆਰ ਕਰਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਡਾਟਾਬੇਸ ਤਿਆਰ ਹੋਏ ਔਰ ਵੱਧ ਤੋਂ ਵੱਧ ਸਿੱਖ ਸਮਾਜਿਕ ਸੰਸਥਾਵਾਂ ਵਿੱਚ ਹਿੱਸਾ ਲੈ ਕੇ ਆਪਣਾ ਯੋਗਦਾਨ ਦੇਣ ਔਰ ਅੱਛੀ ਕਮੇਟੀ ਨੂੰ ਲੈ ਕੇ ਆਉਣ। ਆਪਾਂ ਕੋਸ਼ਿਸ਼ ਕਰਾਂਗੇ ਪੂਰੀ। ਆਪ ਜੀ ਦਾ ਅੱਛਾ ਉਪਰਾਲਾ ਹੈ। ਪੂਰੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਛਾ ਪੂਰਾ ਪ੍ਰੌਮਪਟ ਡਾਟਾਬੇਸ ਤਿਆਰ ਕਰਕੇ ਸਿੱਖਾਂ ਦਾ, ਔਰ ਘੱਟੋ ਘੱਟ ਸਾਨੂੰ ਪਤਾ ਹੋਣਾ ਚਾਹੀਦਾ ਕਿ ਵੀ ਸਾਡੇ ਸਿੱਖਾਂ ਦੀ ਆਬਾਦੀ ਕਿੰਨੀ ਹੈ। ਇਹ ਡਾਟਾਬੇਸ ਅਸੀਂ ਤਿਆਰ ਕਰਾਂਗੇ। ਇਹ ਸਨ ਸਾਡੇ ਨਾਲ ਸਾਡੇ ਵੀਰ ਸਰਦਾਰ ਮਨਜੀਤ ਸਿੰਘ ਭਾਟੀਆ ਜੀ। ਇਹਨਾਂ ਨੇ ਬੜੇ ਸਰਲ ਤਰੀਕੇ ਨਾਲ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਹੈ। ਸੰਗਤ ਜੀ, ਟੇੜੀ ਬਾਤ ਨਿਊਜ਼ ਪਰਿਵਾਰ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਇੰਦੌਰ ਗੁਰੂ ਸਿੰਘ ਸਭਾ ਦੇ ਚੁਣਾਵ ਤੋਂ ਹੋਣਗੇ ਹੀ ਹੋਣਗੇ। ਮੇਰੇ ਜੋ ਵੀ ਵੀਰ ਤੇ ਬਹਿਣਾ ਜਿਨ੍ਹਾਂ ਨੇ ਗੁਰੂ ਸਿੰਘ ਸਭਾ ਦੇ ਫਾਰਮ ਹੁਣੇ ਤੇ ਹੀ ਨਹੀਂ ਭਰੇ ਨੇ, ਉਹ ਫਾਰਮ ਜਾ ਕੇ ਜ਼ਰੂਰ ਭਰਨ। ਆਧਾਰ ਕਾਰਡ ਦੀ ਕਾਪੀ ਤੇ ਇੱਕ ਫੋਟੋ ਲੈ ਕੇ ਗੁਰਦੁਆਰਾ ਇੰਗਲਿਸ਼ ਸਾਹਿਬ ਜਾਣ और अपना फार्म हाथों हाथ उत्ते भर के जमा करवान। जे तुसी अपने इस कर्तव्य का पालन नहीं करते हो तो फिर तुहाडा कोई अधिकार नहीं है कि तुसी किसी दे उत्ते उंगली उठाओ कि ये चंगा है, माड़ा हो रहा है, गलत हो रहा है, ये होना चाहिए, वो होना चाहिए। तो सब तो पहले तुसी जाके अपने कर्तव्य का पालन करो, फिर तुसी अधिकार का गल करना। और होने वाले चुनाव जदों भी होन बद चढ़ के अपने वोटां पाना ते सच्चे ते सुच्चे लोगों को गुरु घर की सेवा की जवाबदारी देना, ये तुहाडा दायित्व भी है, ये तुहाडा कर्तव्य भी है। वाहिगुरु जी का खालसा, वाहिगुरु जी की फतेह।